ਭਗਵੰ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਗਨਨ ਕੇ ਬਿਗਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਹਰਿ ਨਮੋ ਕਰ ਜੋਰੀ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੋਰੀ ਬਹਾਦਰ ਕਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਜਗਦੀਸਾ ਅਮਰਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦੋਂ ਕਰੇ ਅਨੁਰਾਗ ਕਾਰਿਆ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਰਖ ਕੀਨ ਤਿਨ ਹਿਰਦੇ ਵਿਸਲਾ ਪੁਨ ਗਵਨਿਓ ਜਹ ਤੋ ਪੁਵਲਾ ਜੈ ਸਭਾ ਮੈਂ ਗਿਰਾ ਉਬਾਚੀ ਸੁਨਹੁ ਬਾਤ ਭੂਪਤ ਮਮ ਸਾਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਇੱਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਜੋਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ
ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਵਾਹਿਗੁਰੂ 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 ਆਪਣੇ ਸੇਵਕ ਕੀ ਆਪੇ ਰਾਖੈ ਆਪਣੇ ਸੇਵਕ ਕੀ ਆਪੇ ਰਾਖੈ अपने सेवक की आपे राखे अपने सेवक की आपे राखे ਆਪਣੇ ਸੇਵਕ ਕੀ ਆਪੇ ਰਾਖੈ ਆਪਣੇ ਸੇਵਕ ਕੀ ਆਪੇ ਰਾਖੈ अपने सेवक की आपे राखे अपने सेवक की आपे राखे ਆਪੇ ਨਾਮ ਜਪਾਵੈ ਆਪੇ ਨਾਮ ਜਪਾਵੈ आपे नाम जपावे आपे नाम जपावे ਆਪੇ ਨਾਮ ਜਪਾਵੈ ਆਪੇ ਨਾਮ ਜਪਾਵੈ आपे नाम जपावे आपे नाम जपावे जह जह काज किरत सेवक की जह जह काज किरत सेवक की जह जह काज किरत सेवक की जय जय
काज किरत सेवक की तहाँ तहाँ उठता वै, तहाँ तहाँ उठता वै। तहाँ तहाँ उठता वै, तहाँ तहाँ उठता वै। आपे नाम जपावे, आपे नाम जपावे। 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 वाहिगुरु वाहिगुरु, वाहिगुरु वाहिगुरु, वाहिगुरु वाहिगुरु। वाहिगुरु वाहिगुरु। आपे नाम जपावे, आपे नाम जपावे। आपे नाम जपावे, आपे नाम जपावे। ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਨ ਤੇ ਗੱਲ ਬਣਦੀ ਹੈ। ਇਬਾਦਤ ਕਰ, ਇਬਾਦਤ ਕਰਨਾ ਗੱਲ ਬਣਦੀ, ਕਿਸੇ ਦੀ ਅੱਜ ਬਣਦੀ, ਕਿਸੇ ਦੀ ਗੱਲ ਬਣਦੀ। ਮਹਾਰਾਜ ਆਪ ਹੀ ਤਰਸ ਕੀਤਾ ਹੈ। ਜੋ ਸਾਡੇ ਜੀਵਾਂ ਦਾ ਭਲਾ ਹੋ ਰਿਹਾ, ਧੰਨ ਮੇਰੇ ਗੁਰੂ ਨਾਨਕ ਜੀ ਜਿੱਥੇ ਵੀ ਆਸਣ ਲਾ ਲੈਂਦੇ ਨਾ, ਚਾਹੇ ਉਹ ਸਿੱਖ ਦਾ ਘਰ ਹੋਵੇ, ਚਾਹੇ ਉਹ ਦਰਿਆ ਦਾ ਕਿਨਾਰਾ ਹੋਵੇ, ਚਾਹੇ ਉਹ ਪਹਾੜ ਹੋਣ, ਤੇ ਚਾਹੇ ਸਿੱਖ ਦਾ ਹਿਰਦਾ ਹੋਵੇ, ਜਿੱਥੇ ਗੁਰੂ ਤੇ ਗੁਰੂ ਦੇ ਪਿਆਰੇ ਇੱਕ ਵਾਰੀ ਬਹਿ ਜਾਂਦੇ, ਉਹ ਧਰਤੀ 'ਚੋਂ ਮਹਿਕਾਂ ਆਉਣ ਲੱਗ ਪੈਂਦੀਆਂ। ਜਿੱਥੇ ਸਾਖਤ ਬਿਰਤੀ ਵਾਲੇ ਬਹਿੰਦੇ, ਉੱਥੋਂ ਬਦਬੂ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ। ਸੋ ਇਸ ਕਰਕੇ ਮੇਰੇ ਹਜ਼ੂਰ ਦੇ ਦੋ ਸਾਥੀ ਤੇ ਬਾਬਾ ਨਾਨਕ ਜੀ ਸੰਗਲਾ ਦੀਪ ਦੇ ਬਾਗ ਦੇ ਵਿੱਚ ਬੈਠ ਗਏ। ਉੱਥੇ ਮਹਾਰਾਜ ਦੀ ਰੱਬੀ ਰਬਾਬ ਜੋ ਇਸ ਧਰਤੀ ਤੋਂ ਮਹਾਰਾਜ ਨੇ ਲਈ, ਜਿੱਥੇ ਆਪਾਂ ਬੈਠੇ ਆ। ਗੋਰੇ ਲੋਕ ਵੀ ਰਿਸਰਚ ਕਰਦੇ ਨਾ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਰੰਭਤਾ ਕਿੱਥੋਂ ਹੋਈ, ਗੁਰੂ ਗ੍ਰੰਥ ਸਾਹਿਬ ਦੀ ਰੰਭਤਾ ਕਿੱਥੋਂ ਹੋਈ, ਸੁਲਤਾਨਪੁਰ ਲੋਧੀ। ਉਦੋਂ ਫਿਰ ਉਹ ਭਾਵਨਾ ਨਾਲ ਪੜ੍ਹਦੇ ਆ ਵੀ ਜਿਹੜੀ ਰਬਾਬ ਆਈ ਸੀ ਉਹ ਇੱਥੇ ਆਈ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਰੱਬੀ ਰਬਾਬ ਦੇ ਵਿੱਚੋਂ ਤੁਰਕੀ ਬਾਣੀ ਦਾ ਆਗਾਜ਼ ਹੋਇਆ। ਆਪਾਂ ਕਿੰਨੇ ਕਰਮਾਂ ਵਾਲੇ ਹਾਂ, ਆਪਾਂ ਉਸ ਧਰਤੀ ਤੇ ਤੁਰੇ ਫਿਰਦੇ ਦਿਨੇ ਰਾਤ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰੱਬੀ ਰਬਾਬ ਉੱਥੇ ਚੱਲੀ। ਉਸ ਰਬਾਬ ਦੇ ਵਿੱਚੋਂ ਰਸ ਨਿਕਲਿਆ, ਤੁਰਕੀ ਬਾਣੀ ਦਾ ਪੈਗਾਮ ਨਿਕਲਿਆ। ਸੁੱਕੇ ਸੜੇ ਹੋਏ ਬਿਰਛਾਂ ਦੇ ਅੰਦਰ ਹਰਿਆਵਲਤਾ ਪੈਦਾ ਹੋਈ। ਅੱਜ ਵੀ ਕੋਈ ਦੁਖੀ ਸੁਖੀ ਚਿੰਤਾ ਵਾਲਾ ਪਰੇਸ਼ਾਨ ਜਦੋਂ ਸੰਗਤ ਵਿੱਚ ਬਹਿੰਦਾ ਹੈ ਤੇ ਇੱਕ ਵਾਰੀ ਹਿਰਦਾ ਹਰਿਆ ਹੋ ਜਾਂਦਾ ਹੈ। ਸੋ ਮਹਾਰਾਜ ਜੀ ਕੱਲ੍ਹ ਆਪਾਂ ਇੱਥੋਂ ਤੱਕ ਆਏ ਸਾਂ ਕਿ ਮਹਾਰਾਜ ਜੀ ਨੇ ਉੱਥੇ ਕੀਰਤਨ ਦੀ ਵਰਖਾ ਕੀਤੀ। ਉਸ ਬਾਗ ਦੇ ਸੁੱਕੇ ਸੜੇ ਰੂਪ ਦੇ ਵਿੱਚ ਹਰਿਆਵਲਤਾ ਆਈ। ਚਿੜੀਆਂ ਚੂਕੀਆਂ, ਮੋਰ ਬੋਲੇ, ਬਬੀਹੇ ਬੋਲੇ, ਤਿਤਲੀਆਂ ਭੌਰੇ ਆਣ ਪਹੁੰਚੇ ਹਨ। ਧੰਨ ਭਾਗ ਘੜੀ ਸੁਲੱਖਣੀ ਉਹ ਜਦੋਂ ਗੁਰੂ ਨਾਨਕ ਦਾ ਦੀਦਾਰ ਹੋਵੇ। ਤੇ ਗੁਰੂ ਨਾਨਕ ਕੀ ਹੈ ਬਾਣੀ, ਜਿਹੜਾ ਪੜ੍ਹੇ ਉਹ ਤੇ ਕਰੇ ਗੱਲਾਂ, ਜਿਹੜਾ ਸੁਣੇ ਉਹਦਾ ਵੀ
ਜਿੱਥੇ ਪਹੁੰਚਦੀ ਰੱਬੀ ਆਵਾਜ਼ ਇਹਦੀ। ਕਿਤੇ ਮੰਜੀ ਤੇ ਵੀ ਪਏ ਹੋਈਏ ਨਾ, ਮੈਂ ਉਸ ਪਾਸੇ ਨਹੀਂ ਜਾਣਾ। ਮੈਨੂੰ ਫੇਰ ਇਤਿਹਾਸ ਬੜਾ ਪਿਆਰਾ ਹੈ। ਇੱਕ ਬਾਪੂ ਦਾ ਬਟੂਆ ਡਿੱਗ ਪਿਆ ਸੀ ਬੱਸ 'ਚ, ਤੇ ਉਹਦੇ ਬਟੂਏ ਨੂੰ ਕਨੈਕਟਰ ਨੇ ਚੱਕਿਆ ਤੇ ਉੱਚੀ ਬਾਂਹ ਕਰਕੇ ਆਖਿਆ ਵੀ ਇਹ ਬਟੂਆ ਕਿਹਦਾ ਹੈ? ਬਾਪੂ ਕਹਿੰਦਾ ਮੇਰਾ। ਕਹਿੰਦੇ ਬਾਪੂ ਜੀ ਨਿਸ਼ਾਨੀ ਦੱਸੋ। ਨਿਸ਼ਾਨੀ ਕਹਿਣ ਲੱਗੇ ਬੇਟਾ ਨਿਸ਼ਾਨੀ ਇਹ ਆ ਵੀ ਇਹਦੇ 'ਚ ਰੁਪਈਏ 20 ਆ। ਬਾਬੇ ਨਾਨਕ ਦੇ 20 ਰੁਪਈਏ। ਕਹਿੰਦੇ ਇੱਦਾਂ ਤਾਂ ਫਿਰ ਕਿਸੇ ਹੋਰ ਦੇ ਵੀ ਹੋ ਸਕਦੇ ਐ, ਹੋਰ ਕੋਈ ਨਿਸ਼ਾਨੀ ਦੇਖੋ, ਕੋਈ ਗੁਪਤ ਨਿਸ਼ਾਨੀ ਜਿਹੜੀ ਅੰਦਰਲੀ ਪੌਕਟ 'ਚ ਹੋਵੇ। ਬਾਪੂ ਦੇ ਨੇਤਰ ਭਰ ਕੇ ਕਹਿੰਦੇ ਪੁੱਤ ਅੰਦਰਲੀ ਪੌਕਟ ਦੇ ਵਿੱਚ ਨਾ ਹੱਥ ਮਾਰ। ਜਦੋਂ ਹੱਥ ਮਾਰੇਗਾ ਉਹਦੇ ਵਿੱਚ ਮੇਰੇ ਗੁਰੂ ਨਾਨਕ ਦਾ ਇੱਕ ਸ਼ਬਦ ਮਿਲੂਗਾ। ਜਦੋਂ ਸੱਚੀ ਹੱਥ ਮਾਰਿਆ ਤੇ ਸ਼ਬਦ ਨਿਕਲਿਆ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ। ਜੋ ਗਿਰਦ ਹਮਾਰੇ RAM ਕਾ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਨਾਈ। ਰਾਮ ਨਾਮ ਔਖਦ ਦੀਆ ਏਕੈ ਲਿਵ ਲਾਈ। ਸੋ ਕਨੈਕਟਰ ਨੇ ਪੜਿਆ। ਭਾਵਨਾ ਵਾਲਾ ਬੰਦਾ ਸੀ। ਕਈ ਬੰਦੇ ਨਾ ਕਿਸੇ ਨੂੰ ਸੀਰੀਅਸ ਨਹੀਂ ਲੈਂਦੇ। ਅਗਲਾ ਭਾਵੇਂ ਕਿੰਨਾ ਭੇਜ ਕੇ ਹੋਵੇ ਤੇ ਆਪਾਂ ਕਈ ਵਾਰੀ ਸਮਝੀਦਾ ਹੀ ਨਹੀਂ ਕਿਸੇ ਨੂੰ ਛੇਤੀ ਕੀਤਿਆਂ ਵੀ ਉਹ ਕਿੱਥੇ ਹੈ। ਉਹ ਬਾਅਦ 'ਚ ਪਤਾ ਲੱਗਦਾ ਜਦੋਂ ਸਮਾਂ ਲੰਘ ਜਾਂਦਾ ਵੀ ਓਹੋ ਮੈਂ ਸਮਝਣ 'ਚ ਦੇਰੀ ਕੀਤੀ। ਫਿਰ ਸਮਾਂ ਲੰਘ ਗਿਆ ਤਾਂ ਉੱਥੇ ਉਹ ਭਾਵਨਾ ਵਾਲਾ ਸੀ। ਕਹਿੰਦਾ ਬਾਪੂ ਮੇਰੀ ਬੱਸ 'ਚ ਬੜੇ ਬਟੂਏ ਡਿੱਗੇ, ਕਿਸੇ 'ਚ ਡਾਲਰ, ਕਿਸੇ 'ਚ ਪਾਉਂਡ, ਕਿਸੇ 'ਚ ਏਰੋ ਆਦਿਕ ਬਹੁਤ ਕੁਝ ਨਿਕਲਿਆ, ਪਰ ਕਿਸੇ ਦੇ ਬਟੂਏ 'ਚੋਂ ਬਾਣੀ ਨਿਕਲੀ ਉਹ ਪਹਿਲੀ ਵਾਰ ਹੋਇਆ ਹੈ। ਕਹਿੰਦੇ ਬਾਪੂ ਫਿਰ ਦੱਸ ਦੇ ਬਾਣੀ ਕਿੱਥੋਂ ਆਈ ਬਟੂਏ 'ਚੋਂ? ਕਹਿੰਦਾ ਪੁੱਤ ਨਹੀਂ ਟਾਈਮ ਲੱਗ ਜਾਣਾ। ਮੈਂ ਵੀ ਤਾਂ ਕਹਿੰਦਾ ਵੀ ਇੱਧਰ ਵੀ ਸੰਗਤਾਂ ਉਡੀਕਦੀਆਂ ਰੋਜ਼ ਵੀ ਪ੍ਰਸੰਗ ਤੁਰੇ। ਤਾਂ ਮੈਂ ਸੂਖਮ ਜੀ ਬੇਨਤੀ ਕਰਦਾ ਵੀ ਉਸ ਬਾਪੂ ਦੇ ਨਾ 4-5 ਮੁੰਡੇ ਸੀ ਤੇ ਬਾਪੂ ਬਿਮਾਰ ਹੋ ਗਿਆ, ਮੰਜੀ ਤੇ ਪੈ ਗਿਆ। ਮੈਂ ਸ਼ੇਰ ਪੜ੍ਹਿਆ, ਮੈਨੂੰ ਤਾਂ ਯਾਦ ਆ ਗਈ ਵੀ ਜਿੱਥੇ ਪਹੁੰਚਦੀ ਰੱਬੀ ਆਵਾਜ਼ ਇਹਦੀ, ਉਹ ਪਾਕ ਪਵਿੱਤਰ ਘਰ ਬਾਹਰ ਹੋਵੇ। ਜਦੋਂ ਮੰਨ ਲਓ ਕਈ ਵਾਰੀ ਬੰਦਾ ਮੰਜੀ ਤੇ ਹੋਵੇ ਇਹਨੂੰ ਤੇ ਗੁਰਦੁਆਰੇ ਭਾਈ ਲੰਮੀ ਹੇਕ ਲਾ ਕੇ ਜਦੋਂ ਪਾਠ ਕਰਦਾ ਹੈ ਤੇ ਉਹਨੂੰ ਇੱਦਾਂ ਲੱਗਦਾ ਜਿਵੇਂ ਜ਼ਖਮਾਂ ਤੇ ਮਲਮ ਲੱਗਦੀ ਹੈ। ਗੁਰਬਾਣੀ ਦੀ ਤਸੀਰ ਪਤਾ ਕਿੰਨੀ ਪਿਆਰੀ ਹੈ। ਆ ਪਿੱਛੇ ਜੇ ਇੱਕ ਕੈਨੇਡਾ ਬੱਚਾ ਸੀ, ਬੜਾ ਰੋਇਆ। ਕਹਿੰਦਾ ਅੱਜ ਮੈਨੂੰ 2 ਮਾਵਾਂ ਦੀ ਯਾਦ ਆਈ ਹੈ। ਇੱਕ ਆਪਣੀ ਜਨਮ ਦੇਣ ਵਾਲੀ ਮਾਂ ਦੀ ਕਿ ਪਰੌਂਠੇ ਦਿੰਦੀ ਸੀ, ਅੱਜ ਦੁਨੀਆ ਤੋਂ ਚਲੇਗੀ ਤੇ ਆਪ ਰੋਟੀਆਂ ਲਾਉਣ ਦਿਆ। ਦੂਜਾ ਕਹਿੰਦੇ ਮਾਂ ਕਿਹੜੀ? ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਹਿੰਦੇ ਪਿੰਡ ਹੁੰਦੇ ਸੀ ਗ੍ਰੰਥੀ ਸਿੰਘਾਂ ਨੇ ਭੋਗ ਪਾਉਣਾ ਉੱਚੀ ਸੁਰ 'ਚ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਰਤ ਕੀਨ। ਕਹਿੰਦਾ ਅੱਜ ਮੇਰੇ ਕੰਨ ਤਰਸ ਗਏ। ਇਹ ਸੋਨੇ ਦੀ ਦੁਨੀਆ ਏ, ਇੱਥੇ ਪੱਥਰਾਂ ਦਾ ਵਪਾਰ ਹੁੰਦਾ ਹੈ। ਕਹਿੰਦੇ ਅੱਜ ਮੇਰਾ ਜੀ ਕਰਦਾ ਵੀ ਕਿਤੇ ਉਹ ਭੋਗ ਪਵੇ ਤੇ ਮੇਰੀ ਮਾਂ ਜਿਉਂਦੀ ਹੋਵੇ ਤੇ ਵਾਪਸ ਆ ਕੇ ਕਵੇ ਪੁੱਤ ਛੇਤੀ ਕੱਪੜੇ ਪਾ ਲਾ, ਬਾਬੇ ਨੇ ਭੋਗ ਪਾ ਦੇਣਾ ਹੀ। ਯਾਦਾਂ ਬਾਅਦ 'ਚ ਆਉਂਦੀਆਂ ਨੇ, ਜਦੋਂ ਬੰਦੇ ਕੋਲ ਸਮਾਂ ਹੁੰਦਾ ਉਹਨੂੰ ਕਦਰ ਨਹੀਂ ਹੁੰਦੀ। ਤੋ ਇਸ ਕਰਕੇ ਉਸ ਬਾਪੂ ਨੇ ਆਖਿਆ ਕਿ ਨੇ ਮੇਰੇ 4-5 ਬੇਟੇ ਸਨ। ਮੈਂ ਮੰਜੀ ਤੇ ਪੈ ਗਿਆ ਤੇ ਵੈਦ ਨੇ ਜਵਾਬ ਦਿੱਤਾ। ਉਹ ਭਲੇ ਸਮੇਂ ਸੀ। ਵੈਦ ਨੇ ਕਿਹਾ ਵੀ ਇਹਨੇ ਬਚਣਾ ਨਹੀਂ। ਕਹਿੰਦੇ ਵੀ ਮੈਨੂੰ ਕਾਫੀ ਪਰੇਸ਼ਾਨੀ, ਪ੍ਰਸ਼ਾਦਾ ਪਾਣੀ ਛੁੱਟ ਗਿਆ ਤੇ ਮੰਜੀ ਤੇ ਪੈ ਨੂੰ ਕਹਿੰਦੇ ਧੁੰਦਲਾ ਜਿਹਾ ਦੀਦਾ ਸੀ ਕਿ ਇੱਕ ਪੈਂਟ ਕੋਟ ਵਾਲਾ ਆਇਆ, ਉਹਦੇ ਹੱਥ ਵਿੱਚ ਟੈਚੀ ਫੜਿਆ ਸੀ। ਉਹਨੇ ਆ ਕੇ ਮੇਰੇ ਕੋਲ ਕੁਰਸੀ ਢਾਈ ਤੇ ਕੁਛ ਆਪਣੇ ਬੈਗ 'ਚੋਂ ਕੱਢਿਆ, ਕੁਛ ਕਾਗਜ਼ਾਂ ਦਾ ਪਲੰਦਾ ਸੀ। ਕਹਿੰਦੇ ਉਸ ਕਾਲੇ ਪੈਂਟ ਕੋਟ ਵਾਲੇ ਨੇ ਮੇਰਾ ਗੁੱਟ ਪਕੜਿਆ ਤੇ ਮੇਰਾ ਗੂਠਾ ਫੜ ਕੇ ਨਾ ਛਾਈ ਦੇ ਵਿੱਚ ਦੱਬਿਆ ਤੇ ਮੈਂ ਆਖਿਆ ਡਾਕਟਰ ਸਾਹਿਬ
ਵੈਦ ਜੀ ਜਿੰਨੇ ਵੀ ਆਏ ਆ ਨਬਜ ਫੜ ਕੇ ਦਵਾਈ ਦਿੰਦੇ ਆ। ਪਹਿਲਾ ਵੈਦ ਜਿਹੜਾ ਗੂਠਾ ਫੜ ਕੇ ਦਵਾਈ ਦਿੰਦਾ, ਉਹ ਕਹਿੰਦੇ ਪਾਪਾ ਜੀ ਮੈਂ ਵੈਦ ਨਹੀਂ, ਮੈਂ ਵਕੀਲ ਹਾਂ। ਉਹ ਕਹਿੰਦੇ ਮੈਂ ਬਿਮਾਰ ਹਾਂ, ਮੈਨੂੰ ਵੈਦ ਦੀ ਲੋੜ ਹੈ, ਵਕੀਲ ਦੀ ਨਹੀਂ। ਕਹਿੰਦੇ ਬਾਪੂ ਤੇਰੇ ਬੇਟਿਆਂ ਨੇ ਸੱਦਿਆ ਹੈ ਕਿ ਬਾਪੂ ਆਖਰੀ ਸਾਹਾਂ ਤੇ ਹੈ, ਇਹਦਾ ਕੋਈ ਪਤਾ ਨਹੀਂ ਰਾਤ ਨੂੰ ਪੂਰਾ ਹੋ ਜੇ, ਅਸੀਂ ਲੜਦੇ ਫਿਰਾਂਗੇ ਤੇ ਗੂਠਾ ਲਵਾ ਲਓ। ਇਹਨੂੰ ਸੀਰੀਅਸ ਲਿਓ ਕਥਾ ਨੂੰ। ਕਹਿੰਦੇ ਮੇਰਾ ਮਨ ਰੋ ਪਿਆ ਕਿ ਵੇਲੋ ਕਿੱਦਾਂ ਪਾਲਿਆ, ਇਹਨਾਂ ਬਦਲੇ ਮੈਂ ਕਦੇ ਗੁਰਦੁਆਰੇ ਨਹੀਂ ਗਿਆ, ਕਦੇ ਮੈਂ ਪਾਠ ਨਹੀਂ ਕੀਤਾ, ਕਿਤੇ 10 ਰੁਪਈਏ ਲੰਗਰ 'ਚ। ਕਈਆਂ ਦੀ ਬੜੀ ਨੀਤ ਮਾੜੀ ਵਿੱਚੇ ਮੈਂ, ਉਹ ਨਾ ਤੇ ਗੁਰੂ ਘਰ ਹੀ ਵੜਦੇ, ਨਾ ਕਥਾ ਕੀਰਤਨ, ਤੇ ਨਾ ਕਿਸੇ ਨੂੰ ਜਾਂਦੇ ਨੂੰ ਵੇਖ ਕੇ ਜਾਂਦੇ। ਉਹ ਕਹਿੰਦੇ ਵੀ ਅੱਜ ਮੈਨੂੰ ਪਤਾ ਲੱਗਾ ਵੀ ਆਹ ਕਮਾਈ ਇੱਦਾਂ ਦੀ ਹੁੰਦੀ। ਕਹਿੰਦੇ ਇੰਨੇ ਚਿਰ ਨੂੰ ਉਹਨਾਂ ਨੇ ਅੰਗੂਠੇ ਲਵਾ ਲਏ ਤੇ ਸ਼ਾਮਾਂ ਦਾ ਵੇਲਾ ਸੀ ਤੇ ਉਧਰ ਭਾਈ ਨੇ ਰਹਿ ਰਸ ਦਾ ਪਾਠ ਕਰਕੇ ਤੇ ਮੁੱਖ ਵਾਕ ਲਿਆ ਤੇ ਮੁੱਖ ਵਾਕ ਆਇਆ ਤਾਤੀ ਪਾਓ ਨਾ। ਕਹਿੰਦੇ ਮੇਰੇ ਕੰਨਾਂ 'ਚ ਪਿਆ ਤੇ ਮੈਂ ਕਿਹਾ ਪਾਤਸ਼ਾਹ ਮੈਨੂੰ ਮਾਫ ਕਰੀ, ਜਿੱਦਾਂ ਇਹ ਮੈਂ ਸ਼ਬਦ ਪੜ੍ਹਿਆ ਵੀ ਜਿੱਥੇ ਪਹੁੰਚਦੀ ਰੱਬੀ ਆਵਾਜ਼ ਉਹਦੀ, ਉਹ ਪਾਕ ਪਵਿੱਤਰ। ਕੱਲ੍ਹ ਇੱਥੇ ਤਰਨ ਤਾਰਨ ਤੋਂ ਸਿੰਘ ਆਇਆ ਸੀ, ਪਰਸੋਂ ਕੇ ਕੱਲ੍ਹ। ਉਹ ਵੀਰ ਨੇ ਸਾਰੀ ਕਥਾ ਸੁਣੀ, ਭੈਣ ਜੀ ਉਹਨਾਂ ਨੂੰ ਮਿਲਿਆ ਤੇ ਉਹ ਕਹਿੰਦਾ ਮੈਂ ਤੁਰਿਆ ਜਾਂਦਿਆ ਸੀ ਤੇ ਮੇਰੀ ਤਾਂ ਆਵਾਜ਼ ਪਹੁੰਚੀ ਤੇ ਘਰ ਦੇ ਕਹਿੰਦੇ ਚੱਲੀਏ, ਹਨੇਰਾ ਹੋ ਜਾਣਾ। ਕਹਿੰਦੇ ਮੈਂ ਵਾਪਸ ਆ ਗਿਆ ਵੀ ਇੱਕ ਵਾਰੀ ਦਰਸ਼ਨ ਕਰੀਏ। ਉਹ ਇੱਥੇ ਬੈਠਾ ਸੀ ਸਾਹਮਣੇ ਦਾੜਾ ਪ੍ਰਕਾਸ਼। ਸਾਰੀ ਕਥਾ ਸੁਣ ਕੇ ਕਹਿੰਦੇ ਹਨੇਰਾ ਹੁੰਦਾ ਹੋ ਜੇ ਪਰ ਹੁਣ ਜਾਣਾ ਸੁਣ ਕੇ ਹੈ। ਕੀ ਮਿਲਿਆ ਹੁਣ? ਉੱਦਾਂ ਕਿਸੇ ਨੂੰ ਤੁਸੀਂ ਆਵਾਜ਼ ਮਾਰੋ ਆਉਂਦਾ। ਗੁਰੂ ਦੇ ਬੋਲਾਂ 'ਚ ਇੰਨੀ ਤਾਕਤ ਹੈ। ਗੋਲੀ ਉਹੋ ਹੀ ਹੁੰਦੀ ਹੈ, ਬਾਂਦਰ ਦੇ ਹੱਥ ਫੜਾ ਦਿਓ ਤੇ ਉਹਨੇ ਕੀ ਕਰਨਾ ਏ, ਜਦੋਂ ਬੰਦੇ ਦੇ ਹੱਥ 'ਚ ਫੜੀ ਹੋਵੇ ਤੇ ਸਿੱਧਾ ਨਿਸ਼ਾਨਾ ਲੱਗਦਾ। ਪਾਤਸ਼ਾਹ ਦੀ ਬਾਣੀ ਉਹੀ ਹੈ। ਪਰ ਮਾਫ ਕਰਕੇ, ਮਾਫੀ ਮੰਗ ਕੇ ਮੈਂ ਕਹਿੰਦਾ ਗੁਰੂ ਤੋਂ, ਤੁਹਾਡੇ ਤੋਂ ਅੱਜ ਬਾਂਦਰਾਂ ਦੇ ਹੱਥ ਆ ਗਈ ਹੈ। ਅਸੀਂ ਪ੍ਰਚਾਰਕ ਪਤਾ ਕੌਣ? ਹੁਣ ਤੁਹਾਨੂੰ ਲੱਗੂ ਤੁਹਾਡਾ ਮੇਰੇ ਨਾਲ ਪਿਆਰ, ਅਸੀਂ ਬਾਂਦਰ ਦੀ ਨਹੀਂ ਆਈ। ਅਸੀਂ ਗੁਰੂ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਾਂ, ਗੁਰਬਾਣੀ ਤੇ ਤਰਕ ਕਰ ਰਹੇ। ਦਸਮ ਦੀ ਬਾਣੀ ਇੱਦਾਂ ਏ, ਜਾਪ ਸਾਹਿਬ ਨਹੀਂ ਪੜ੍ਹਨਾ ਚਾਹੀਦਾ। ਮਹਾਰਾਜ ਕਹਿੰਦੇ ਕਿੱਥੋਂ ਇਹਨਾਂ ਦੇ ਹੱਥ ਫੜਾਤਾ ਮੈਂ ਸੋਨੇ ਦਾ ਡੱਬਾ, ਇਹਨਾਂ ਖਿਲਾਰ ਦੇਣਾ ਹੀ। ਕੋਈ ਆਖੀ ਜਾਂਦਾ ਜੀ ਕੇਸ ਰੱਖਣ ਦੀ ਲੋੜ ਨਹੀਂ, ਕੋਈ ਕਹਿੰਦਾ ਚੋਲਾ ਪਾਉਣ ਦੀ ਲੋੜ ਨਹੀਂ, ਕੋਈ ਕਹਿੰਦਾ ਤੜਕੇ ਉੱਠ ਕੇ ਨਹਾਉਣ ਦੀ ਲੋੜ ਨਹੀਂ। ਇਹ ਤੇ ਬਾਂਦਰਾਂ ਹੱਥ ਫੜਾ ਗਏ ਮਹਾਰਾਜ, ਤੇ ਬਾਂਦਰ ਹੱਥ ਡੱਬੀ ਹੋਵੇ ਤੇ ਅੱਗ ਲਾ ਜਾਂਦੇ। ਆਖੋ ਸਤਿਨਾਮ। ਕਹਿੰਦੇ ਉਹ ਜਦੋਂ ਤੀਲ ਬਾਲਦਾ ਨਾ ਦਬ ਦਬ ਮੂੰਹ 'ਚ ਪਾ ਲੈਂਦਾ, ਡਰ ਜਾਂਦਾ। ਜੇ ਕਿਤੇ ਨਾ ਉਹਨੂੰ ਡਰ ਹੋਵੇ ਤੇ ਫੂਕਦੇ ਦੁਨੀਆ ਸਾਰੀ ਨੂੰ ਅੱਗ ਲਾ ਕੇ। ਤੋ ਇਸ ਕਰਕੇ ਉਹ ਕਹਿੰਦੇ ਉਹ ਬਾਣੀ ਦੀ ਆਵਾਜ਼ ਮੇਰੇ ਅੰਦਰ ਪਈ। ਧੰਨ ਭਾਗ ਘੜੀ ਸਲੱਖਣੀ, ਉਹ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਦਾਰ ਹੋਵੇ। ਜਿਹੜਾ ਪੜ੍ਹੇ ਉਹ ਤੇ ਕਰੇ ਗੱਲਾਂ, ਜਿਹੜਾ ਸੁਣੇ ਉਹਦਾ ਵੀ ਉਧਾਰ ਹੋਵੇ। ਜਿੱਥੇ ਪਹੁੰਚਦੀ ਰੱਬੀ ਆਵਾਜ਼ ਇਹਦੀ, ਉਹ ਪਾਕ ਪਵਿੱਤਰ ਘਰ ਬਾਹਰ ਹੋਵੇ। ਹੱਥ ਪੂੰਝਣ ਲਈ ਗਊ ਗਰੀਬ ਵਾਲੇ, ਫੜਿਆ ਪ੍ਰੇਮ ਦਾ ਪੱਲਾ ਹੋਵੇ। ਤੇਰੇ ਘਰੋਂ ਦੋਵੇਂ ਵੇਲੇ ਆਵਾਜ਼ ਆਵੇ, ਤੇਰੇ ਭਾਣੇ ਸਰਬੱਤ ਦਾ। ਇਸ ਕਰਕੇ ਰੱਬੀ ਰਬਾਬ ਸਤਿਗੁਰਾਂ ਦੀ ਫਿਰੀ, ਬਾਗ ਹਰਿਆ ਹੋਇਆ ਤੇ ਉਥੋਂ ਦਾ ਮਾਲੀ ਮਹਾਰਾਜ ਦੇ ਚਰਨਾਂ ਤੇ ਪੈਣਾ ਕਰਦਾ ਹੈ। ਵਾਹਿਗੁਰੂ ਸਾਹਿਬ ਜੀ ਹਰਿ ਕੀਨਤ ਨਿਰਦੇ ਵਿਸਾਲਾ, ਪੁਨ ਗਵਨੇ ਉਜੈ ਉਤੋ ਪਵਾਲਾ। ਔਰ ਕਹਿੰਦੇ ਹਨ ਜਦੋਂ ਨੇ ਬਾਗ ਹਰਿਆ ਭਰਿਆ ਵੇਖਿਆ ਹੈ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਲੰਮੇ ਪੈ ਗਿਆ, ਨਮਸਕਾਰ ਕੀਤੀ, ਮਨ ਖੁਸ਼ ਹੋਇਆ। ਕੌਣ ਹੋ ਤੁਸੀਂ ਭਲੇ ਪੁਰਸ਼, ਸਾਲਾਂ ਬਾਅਦ ਇਸ ਬਾਗ 'ਚ ਰੌਣਕ ਲੈ ਆਏ ਹੋ, ਮੇਰੇ ਵੱਡੇ ਭਾਗ ਹਨ। ਮਹਾਰਾਜ ਜੀ ਮੈਨੂੰ ਆਪ ਜੀ ਦੇ ਦਰਸ਼ਨ ਹੋ ਰਹੇ ਹਨ। ਜਾਏ ਸਭਾ ਮਹਿੰਗੀਰਾ ਉਬਾਚੀ, ਸੁਨੋ ਬਾਤ ਭੂਪਤ ਮਮ ਸਾਚੀ। ਔਰ ਕਹਿੰਦੇ ਹਨ ਉਸ ਵੇਲੇ ਉਹ ਫਿਰ ਬੜਾ ਪ੍ਰਸੰਨ ਹੋਇਆ। ਗੁਰੂ ਨਾਨਕ ਸਾਹਿਬ ਨੇ ਅਸੀਸ ਦਿੱਤੀ ਉਹਨੂੰ, ਉਹਦੇ ਸਿਰ ਤੇ ਹੱਥ ਰੱਖ ਕੇ ਆਖਿਆ ਸਾਧ ਸਾਧ ਸਾਧ, ਸ਼ਾਬਾਸ਼ ਸ਼ਾਬਾਸ਼ ਬੇਟਾ। ਕਹਿੰਦੇ ਮਹਾਰਾਜ ਮੈਂ ਤੇ ਕੋਈ ਭੇਟਾ ਵੀ ਨਹੀਂ ਦਿੱਤੀ,
ਮੈਂ ਤੇ ਤੁਹਾਡੇ ਚਰਨ ਫੜੇ, ਸ਼ਾਬਾਸ਼ ਕਾਹਦੀ। ਕਹਿੰਦੇ ਬੇਟਾ ਜਿਹੜੇ ਕੀਰਤਨ ਕਥਾ ਨੂੰ ਪਿਆਰ ਕਰਦੇ ਨਾ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ। ਜਦੋਂ ਵੱਡਿਆਂ ਦੇ ਪੈਰੀਂ ਹੱਥ ਲਾਈਏ ਤੇ ਵੱਡੇ ਸਿਰ ਤੇ ਸੀਸ ਦਿੰਦੇ ਹਨ। ਇੱਦਾਂ ਹੀ ਆਪਾਂ ਸਾਰੇ ਜੀਵ ਜਦੋਂ ਗੁਰੂ ਸਾਹਿਬ ਦਾ ਜਸ ਸੁਣਦੇ ਆ ਤੇ ਗੁਰੂ ਸਾਹਿਬ ਫਿਰ ਆਪਾਂ ਨੂੰ ਅਸੀਸ ਦੇ ਕੇ ਨਵਾਜਦੇ ਆ। ਇਹਨੇ ਅਸੀਸ ਪ੍ਰਾਪਤ ਕੀਤੀ ਤੇ ਰਾਜੇ ਸ਼ਿਵਨਾਭ ਦੇ ਮਹਿਲਾਂ ਵੱਲ ਨੂੰ ਤੁਰਨਾ ਕੀਤਾ ਹੈ। ਉੱਤਮ ਸੰਤ ਏਕ ਚਲ ਆਇਓ, ਸੂਕੇ ਉਪਬਨ ਪਗ ਜਬ ਪਾਇਓ। ਕਿਉਂਕਿ ਕਈ ਮਹੀਨੇ ਹੋ ਚੱਲੇ ਆ, ਸਭ ਨੂੰ ਪਤਾ ਸੀ ਵੀ ਰਾਜਾ ਸ਼ਿਵਨਾਭ ਕਿਸੇ ਬਾਬੇ ਨਾਨਕ ਦੀ ਉਡੀਕ 'ਚ ਹੈ। ਉਹਨੂੰ ਤੇ ਹੋਰ ਚਾਅ ਚੜ੍ਹ ਗਿਆ ਬਾਗ ਦੇ ਮਾਲੀ ਨੂੰ ਵੀ ਜਦੋਂ ਮੈਂ ਜਾ ਕੇ ਖਬਰ ਦਊਂਗਾ ਤੇ ਮੈਨੂੰ ਇਨਾਮ ਮਿਲੂਗਾ। ਕਿਉਂਕਿ ਕੋਈ ਕਿਸੇ ਨੂੰ ਚਾਹੁੰਦਾ ਹੈ ਨਾ, ਤੇ ਜੇ ਕੋਈ ਉਹਨੂੰ ਮਿਲਾ ਦੇਵੇ ਨਾ, ਗੁਸਤਾਖੀ ਮੇਰੀ ਮਾਫ ਕਰੇ। ਮੰਨ ਲਓ ਤੁਹਾਡੇ ਬੱਚਾ ਬੱਚੀ ਜਾਂ ਕੋਈ ਇੱਕ ਦੂਜੇ ਨੂੰ ਚਾਹੁੰਦੇ ਹੈ, ਵਿਚੋਲਾ ਜਿਹੜਾ ਵਿਆਹ ਕਰ ਦੇਵੇ ਤੇ ਉਹਨਾਂ ਦੇ ਕੋਲ ਬਿਆਨ ਨਹੀਂ ਕੀਤੀ ਜਾ ਸਕਦੀ ਖੁਸ਼ੀ ਵੀ ਜਿਹੜੀ ਉਹਨਾਂ ਨੂੰ ਮਹਿਸੂਸ ਹੁੰਦੀ ਹੈ। ਬਹੁਤੀ ਵਾਰੀ ਕੀ ਹੁੰਦਾ, ਮੈਂ ਮਾਫੀ ਤਾਂ ਮੰਗੀ ਕਿਉਂਕਿ ਉਲਟ ਨਾ ਲੈ ਜਿਓ, ਕਈ ਵਾਰੀ ਪ੍ਰੇਮ ਸੱਚਾ ਹੁੰਦਾ ਹੈ ਪਰ ਇੱਕ ਪਾਸਾ ਭਾਰਾ ਹੁੰਦਾ ਤੇ ਇੱਕ ਹੌਲਾ ਹੁੰਦਾ। ਇੱਕ ਪਾਸੇ 2 ਕਨਾਲਾਂ ਹੁੰਦੀਆਂ ਤੇ ਦੂਜੇ ਪਾਸੇ 200 ਕਿੱਲਾ। ਫਿਰ ਅਗਲੇ ਕਹਿੰਦੇ ਨਹੀਂ ਜੀ ਸਾਡੇ ਰਿਸ਼ਤੇਦਾਰ ਅਮੀਰ ਹੈ ਤੇ ਤੁਹਾਡੇ ਤੇ ਕਮਰਾ ਹੀ ਇੱਕ ਆ। ਤੇ ਕਿਸੇ ਨੇ ਸੱਚ ਕਿਹਾ ਸੀ, ਕਹਿੰਦਾ ਟੁੱਟ ਜਾਂਦੇ ਨੇ ਉਹ ਰਿਸ਼ਤੇ ਗਰੀਬੀ 'ਚ ਜੋ ਬੜੇ ਅਨਮੋਲ ਸੀ, ਅਮੀਰੀ 'ਚ ਤਾਂ ਬਹੁਤ ਰਿਸ਼ਤੇਦਾਰ ਮਿਲ ਜਾਂਦੇ ਆ। ਇਸ ਕਰਕੇ ਵਿੱਚ ਓਲਾ, ਵਿਚੋਲੇ ਦਾ ਨਾਮ ਹੈ ਵਿੱਚ। ਜੇ 2 ਸਿਰ ਜੋੜ ਦਿੱਤੇ ਜਾਣ, ਪਿਆਰ ਕਰਨ ਵਾਲੀਆਂ ਰੂਹਾਂ। ਕਿਉਂਕਿ ਮੈਂ ਕਿਸੇ ਕੋ ਡਰ ਕੇ ਨਹੀਂ ਕਹਿੰਦਾ। ਭਾਈ ਗੁਰਦਾਸ ਜੀ ਨੇ, ਮਸਕੀਨ ਸਾਹਿਬ ਕਹਿੰਦੇ, ਮੈਂ ਜਦੋਂ ਭਾਈ ਗੁਰਦਾਸ ਨੂੰ ਪੜ੍ਹਿਆ ਨਾ, ਕਹਿੰਦੇ ਮੈਂ ਸੁੰਨ ਹੋ ਗਿਆ ਵੀ ਐਡਾ ਵੱਡਾ ਦਾਰਸ਼ਨਿਕ ਭਾਈ ਗੁਰਦਾਸ ਵੇਦ ਵਿਆਸ ਗੁਰੂ ਨਾਨਕ ਦੇ ਘਰ ਦਾ ਤੇ ਕਿੱਸਾ ਲਿਖਦਾ ਏ ਲੈਲਾ ਮਜਨੂ ਦਾ। ਕਹਿੰਦੇ ਮੈਂ ਵੇਖਿਆ ਵੀ ਪੜ੍ਹਾਂ ਤੇ ਪੜ੍ਹਾਂ ਕੀ ਹੁਣ। ਸਾਡੀ ਸੋਚ ਨਾ ਸੀ ਉਸੇ ਵੇਲੇ ਕਿਦਾ ਹਾਂ ਬਾਬਾ ਜੀ ਕੀ ਕਹਿਤਾ। ਕਦੇ ਪਿਆਰ ਕਰੋ ਤੇ ਪਤਾ ਹੋਵੇ ਕੀ ਹੁਣ ਤੇ ਸੌਦੇਬਾਜ਼ੀ ਹੁੰਦੀ ਵੀ ਜਿੰਨਾ ਚਿਰ ਮੈਨੂੰ ਇਹਦੀ ਲੋੜ ਆ ਉਹਨਾਂ ਚਿਰ ਮੈਂ ਇਹਦੇ ਨਾਲ ਸੱਤ ਵਜੇ, ਜਦੋਂ ਮੈਂ ਖਤਮ ਹੋਇਆ। ਪ੍ਰੇਮ ਦਾ ਭਾਵ ਹੈ ਕੁਰਬਾਨ ਤੇ ਸਦਾ ਹੀ ਅੰਦਰੋਂ ਸੀਸ ਦੇਣੀ ਕਿ ਮੇਰਾ ਪਿਆਰਾ ਵਸਦਾ ਰਵੇ, ਹੱਸਦਾ ਰਵੇ ਤੇ ਰਸਦਾ ਰਵੇ। ਜ਼ਰੂਰੀ ਨਹੀਂ ਹੁੰਦਾ ਹੁਣ ਆ ਫੋਨ ਤੇ ਅੱਜ ਆਏ ਆਪਾਂ ਕਹਿੰਦਾ ਤੁਸੀਂ ਕਿਹੜਾ ਕਦੇ ਫੋਨ ਲਾਇਆ। ਜ਼ਰੂਰੀ ਜਦੋਂ ਫੋਨ ਹੁੰਦੇ ਨਹੀਂ ਸੀ ਉਦੋਂ ਕਿਤੇ ਇਹ ਜਿਹੜੀ ਕਥਾ ਲਿਖੀ ਉਦੋਂ ਫੋਨ ਨਹੀਂ ਸੀ ਹੈਗੇ। ਜਿੰਨਾ ਪੰਗਾ ਫੋਨ ਨੇ ਪਾਇਆ ਉਹਨਾਂ ਕਿਸੇ ਨੇ ਨਹੀਂ ਪਾਇਆ। ਭਾਈ ਗੁਰਦਾਸ ਜੀ ਨੇ ਲਿਖਤਾ ਪ੍ਰੇਮ, ਕਹਿੰਦੇ ਲੈਲਾ ਦੀ ਦਰਗਾਹ ਦਾ ਕੁੱਤਾ। ਭਾਈ ਗੁਰਦਾਸ ਲੈਲਾ ਦੀ ਮਜਨੂ ਦੇਖ ਲੁਭਾਣਾ, ਕੁੱਤੇ ਦੀ ਪੈਰੀ ਪਵੇ। ਲਓ ਜੀ, ਲੈਲਾ ਦੇ ਘਰੋਂ ਕੁੱਤਾ ਨਿਕਲਿਆ, ਇੱਕ ਸੜਿਆ ਸੁੱਕਾ ਜਿਹਾ, ਤੇ ਮਜਨੂ ਬਾਹਰ ਬੈਠਾ ਸੀ ਤਾਂ ਬੂਹੇ ਅੱਲੇ ਵੇਖੀ ਜਾਵੇ ਕਿਉਂਕਿ ਉਹ ਬਹੁਤ ਅਮੀਰ ਘਰੋਂ ਸੀ ਲੈਲਾ। ਮਜਨੂ ਗਰੀਬ ਸੀ, ਵਿਆਹ ਹੋਣਾ ਨਹੀਂ ਸੀ, ਮੌਤ ਹੀ ਹੋਣੀ। ਪ੍ਰੇਮ ਪੈ ਗਿਆ, ਉਹ ਤਾਂ ਬੂਹੇ 'ਚ ਬੈਠਾ ਵੇਖੀ ਜਾਇਆ ਕਰੇ ਉਹਦੇ ਮਹਿਲਾਂ। ਲੇਕਿਨ ਕੁੱਤਾ ਇੱਕ ਆਉਂਦਾ ਉਹਦੇ ਘਰ, ਉਹ ਗਿੱਜਾ ਸੀ, ਉਹਨੇ ਦਿਹਾੜੀ 'ਚ 5-7 ਚੱਕਰ ਲਾਉਣੇ। ਤੇ ਇੱਕ ਦਿਨ ਮਜਨੂ ਨੇ ਉਸ ਕੁੱਤੇ ਨੂੰ ਪਕੜ ਲਿਆ ਤੇ ਕੁੱਤੇ ਦਾ ਮੱਥਾ ਚੂਮੀ ਜਾਵੇ। ਜਿੱਦਾਂ ਗੋਰੇ ਲੋਕ ਨਾ ਕੁੱਤਿਆਂ ਨੂੰ ਬੜਾ ਪਿਆਰ ਕਰਦੇ, ਸਾਡੇ ਤੇ ਬੰਦੇ ਨੂੰ ਨਹੀਂ ਕੋਈ ਕਰਦਾ, ਕੁੱਤੇ ਨੂੰ ਕੀ ਕਰਨਾ। ਹੀਰਿਆਂ ਵਰਗੇ ਬੰਦੇ ਗਲੀਆਂ 'ਚ ਰੁਲ ਗਏ, ਹੀਰਿਆਂ ਵਰਗੇ। ਅਸੀਂ ਕਦਰ ਨਹੀਂ ਕੀਤੀ। ਉਹਨਾਂ ਲੋਕਾਂ ਕੋਲ ਤਾਂ ਦੁਨੀਆ ਭੱਜ ਜਾਂਦੀ, ਉਹਦੇ ਕੁੱਤਿਆਂ ਨੂੰ ਵੀ ਸੋਫਿਆਂ 'ਤੇ ਸਵਾਉਂਦੇ। ਇੱਦਾਂ ਦੀ ਡਿਵੈਲਪਮੈਂਟ ਉਹਨਾਂ ਦੀ। ਸਾਡੇ ਕੋਲ ਸੱਚ ਜੇ ਰੋਣ ਆਉਂਦਾ, ਹੀਰਿਆਂ ਵਰਗੇ ਰਾਗੀ ਸਿੰਘ, ਕਥਾਵਾਚਕ ਢਾਡੀ ਸਿੰਘ ਸੇਵਾਦਾਰ ਜਿਹੜੇ ਹੀਰੇ ਸੀ, ਅਸੀਂ ਕੌਡੀਆਂ ਦੇ ਭਾਰ ਰੋਲੇ ਕੌਡੀਆਂ ਦੇ। ਉਹ ਫਿਰ ਬਾਅਦ 'ਚ ਕੋਈ ਦਲੇਰ ਮਹਿੰਦੀ ਬਣ ਗਿਆ ਤੇ ਕੋਈ ਨਛੱਤਰ ਗਿੱਲ ਬਣ ਗਿਆ ਤੇ ਕੋਈ ਬਲਕਾਰ ਸਿੱਧੂ ਬਣ ਗਿਆ। ਇਹ ਸਾਰੇ ਕੀਰਤਨੀਏ ਆ ਮਹਾਰਾਜ ਦੇ ਘਰ ਦਾ। ਇਹਨਾਂ ਨੇ ਸਿੱਖਿਆ ਲਈ ਆ ਜਿਹੜਾ ਲਖਵਿੰਦਰ ਵਡਾਲੀ ਆ ਉੱਥੇ ਨਕੋਦਰ ਗਾਉਂਦਾ, ਉਹ 4 ਬੋਰੇ ਪੈਸਿਆਂ ਦੇ ਉਹ ਬਾਬਾ ਜਿਹੜਾ ਉੱਥੇ ਉਹਨੇ ਪੈਸਿਆਂ ਦੇ ਵਿੱਚ ਨਾਪਤਾ ਨੂੰ ਜੀ। ਉਦੋਂ ਉਹਨੇ ਸਿੱਖ ਮਿਸ਼ਨਰੀ ਕਾਲਜ ਤੋਂ ਕੋਰਸ ਕੀਤਾ ਲਖਵਿੰਦਰ ਵਡਾਲੀ ਨੇ। ਇੰਨਾ ਸੋਹਣਾ ਕੀਰਤਨ ਕਰਦਾ ਸੀ, ਸਾਡੇ ਲੋਕਾਂ ਕਦਰ ਨਹੀਂ ਕੀਤੀ। ਇਹਨਾਂ ਨੂੰ ਕਦਰ ਨਹੀਂ ਹੈਗੀ। ਸਗੋਂ ਵਿਆਹ ਸ਼ਾਦੀ ਹੋਵੇ ਤੇ ਬੰਦਾ ਰਾਗੀ ਢਾਡੀ ਕਥਾਵਾਚਕ ਆਪਣਾ ਬੁਲਾਵੇ ਤੇ ਇੰਨਾ ਕੁ ਪਿਆਰ ਕਰੇ, ਬਹਿ ਜਾ ਹੋ ਜੇ। ਇਹ ਤੇ ਨਿਕੰਮੇ ਕਹਿੰਦੇ ਬਾਬਾ ਸੁਖਮਨੀ ਸਾਹਿਬ 7 ਵਜੇ ਸ਼ੁਰੂ ਕਰਦੇ, 9 ਵਜੇ ਆਪਾਂ ਮਾਰੇ ਛੱਡ ਆਉਣਾ।
ਉਹ ਕਹਿੰਦਾ ਕੋਈ ਸੱਦਿਆ ਨਹੀਂ ਕਥਾ ਵਾਲਾ ਕੀਰਤ ਨਾ 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 ਵਾਹਿਗੁਰੂ ਰਿਸ਼ਤੇਦਾਰ ਕਹਿੰਦੇ ਮਾਈਆ ਲਾਉਣਾ ਵਾ ਬਾਬੇ ਦਾ ਕੰਮ ਪਹਿਲਾਂ ਹੀ ਨਿਬੇੜ ਦਿਓ ਸਿੱਖੀ ਭਾਲਦੇ ਫਿਰਦੇ ਕਿੱਥੋਂ ਮਿਲ ਜੂਗੀ ਦੁੱਖ ਆਇਆ ਮੈਨੂੰ ਮੈਂ ਵੇਖ ਰਿਹਾ ਸੀ ਉਹਦੀ ਇੰਟਰਵਿਊ ਲਖਵਿੰਦਰ ਵਡਾਲੀ ਦੀ ਉਹਨੇ ਸਾਰਾ ਦੱਸਿਆ 3 ਸਾਲ ਦਾ ਡਿਪਲੋਮਾ ਕੀਤਾ ਸਿੱਖ ਮਿਸ਼ਨਰੀ ਕਾਲਜ ਤੋਂ ਉਹਨਾਂ ਦੀ ਗੱਲ ਵੱਖਰੀ ਹੈ ਕਿ ਉਹਨਾਂ ਦਾ ਪਿਆਰ ਕੱਚਾ ਸੀ ਪੈਸਾ ਤੋੜ ਗਿਆ ਇੱਥੇ ਜਿਨ੍ਹਾਂ ਦਾ ਸੱਚਾ ਉਹ ਤੇ ਚਰਖੀਆਂ ਤੇ ਚੜ ਕੇ ਆ ਰਿਆ ਨਾ ਚੀਰੇ ਗਿਆ ਪਿਆਰ ਥੋੜਾ ਟੁੱਟਿਆ ਪਰ ਉਹਨਾਂ ਦੀ ਦੁਨਿਆਵੀ ਗੱਲ ਮੈਂ ਕਰ ਜਾਣਾ ਏ ਤੋ ਇਸ ਕਰਕੇ ਸਾਧ ਸੰਗਤ ਜੀ ਉਹ ਕੁੱਤੇ ਨੂੰ ਚੁੰਮੇ ਤੇ ਜਦੋਂ ਲੋਕਾਂ ਨੇ ਵੇਖਿਆ ਤੇ ਲੋਕੀ ਕਹਿੰਦੇ ਹੜ ਹੜ ਹੱਸਿਆ ਲੋਕ ਵਿਡਾਣਾ ਭਾਈ ਗੁਰਦਾਸ ਕਹਿੰਦੇ ਲੋਕੀ ਉੱਚੀ ਉੱਚੀ ਹੱਸਣ ਕਹਿੰਦੇ ਸ਼ਦਾਈ ਹੋ ਗਿਆ ਕੁੱਤੇ ਨੂੰ ਚੁੰਮੀ ਜਾਂਦਾ ਤੇ ਕਿਸੇ ਨੇ ਆਖਿਆ ਵੀ ਮਜਨੂ ਕੁੱਤੇ ਨੂੰ ਕਾਹਤੋਂ ਚੁੰਮਦਾ ਕਹਿੰਦਾ ਤੁਹਾਨੂੰ ਪਿਆਰ ਹੋਇਆ ਕਦੇ ਕਹਿੰਦੇ ਉਹ ਕੀ ਹੁੰਦਾ ਕਹਿੰਦਾ ਫਿਰ ਜਾਓ ਨੰਗੋ ਇੱਥੋਂ ਚੱਲ ਜਾਓ ਮਹਾਂਪੁਰਖ ਬਾਬਾ ਆਨੰਦ ਸਿੰਘ ਦੇ ਵਚਨ ਇੱਕ ਸਰਦਾਰਾ ਸਿੰਘ ਸੀ ਸੇਵਕ ਮਹਾਂਪੁਰਖਾਂ ਦੇ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਨੂੰ ਪੱਖੇ ਦੀ ਸੇਵਾ ਕਰਦਾ ਸੀ ਅੱਜ ਆਪਾਂ ਸਾਰੇ ਕਹਿੰਦੇ ਏਸੀ ਲਾ ਅੱਗ ਲੱਗ ਜਾਂਦੀ ਲਾ ਦਿਓ ਗੁਰੂ ਨੂੰ ਕਿਹੜਾ ਗਰਮੀ ਠੰਡ ਲੱਗਦੀ ਠੀਕ ਆ ਗੁਰੂ ਸ਼ਬਦ ਹੈ ਪਰ ਉਸ ਭਾਈ ਸਰਦਾਰਾ ਸਿੰਘ ਨੂੰ ਪੁੱਛੋ ਵੀ ਸਾਰੀ ਰਾਤ ਗੁਰੂ ਦੇ ਪਲੰਘੇ ਤੇ ਪੱਖਾ ਕਿੱਦਾਂ ਚੱਲੀਦਾ ਇੱਕ ਮਾਂ ਨੂੰ ਪੁੱਛੋ ਪਿਆਰ ਕੀ ਹੁੰਦਾ ਸਾਰੀ ਰਾਤ ਬੱਚਾ ਲਹੂ ਪੀ ਜਾਂਦਾ ਰਾਤ ਦੇ 6 ਤੋਂ ਸਵੇਰ ਦੇ 6 ਵੱਜ ਜਾਂਦੇ ਆਪਾਂ ਰਾਤੀ ਲਾਈਟ ਨਹੀਂ ਆਈ ਤੇ ਸਵੇਰੇ ਇੰਨਾ ਗੁੱਸਾ ਚੜੇ ਕਿਉਂਕਿ ਆਰਾਮ ਨਹੀਂ ਹੋਇਆ ਤੇ ਜਿੰਨੇ ਤੜਕੇ ਬਾਣੀ ਪੜ੍ਹਨੀ ਦਿਮਾਗ ਫਰੈਸ਼ ਹੋਊ ਤੇ ਆਨੰਦ ਆਊ ਨਾ ਉਹ ਤਾਂ ਨੀਂਦ ਆਵੇ ਸਿਰ ਦੁਖੇ ਤੇ ਆਪਾਂ ਆਖਿਆ ਵੀ ਉਹ ਪਰ ਮੈਂ ਬੈਠਿਆਂ ਸੋਚ ਰਿਹਾ ਕਿਤਾਬ ਪੜ੍ਹ ਰਿਹਾ ਸਾਂ ਕਿ ਇੱਕ ਮਾਂ ਵੇਖ ਲਓ ਕਿੰਨੀਆਂ ਰਾਤਾਂ ਕੁਰਬਾਨ ਕਰ ਦਿੰਦੀ ਬੱਚੇ ਤੋਂ ਸਾਰੀ ਰਾਤ ਨਹੀਂ ਸੌਣ ਦਿੰਦਾ ਕਿਸੇ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਜਦੋਂ ਨਿੱਕਾ ਸੀ ਉਦੋਂ ਬਿਸਤਰਾ ਨਹੀਂ ਸੀ ਸੁੱਕਣ ਦਿੰਦਾ ਤੇ ਹੁਣ ਵੱਡਾ ਹੋ ਗਿਆ ਹੀ ਵਿਆਹਿਆ ਗਿਆ ਤੇ ਹੁਣ ਮਾਂ ਪਿਓ ਦੀਆਂ ਅੱਖਾਂ ਨਹੀਂ ਸੁੱਕਣ ਦਿੰਦਾ ਰਵਾਈ ਜਾਂਦਾ ਹੀ ਤੋ ਇਸ ਕਰਕੇ ਸਾਧ ਸੰਗਤ ਜੀ ਮਜਨੂ ਨੇ ਆਖਿਆ ਕਹਿੰਦੇ ਮੈਂ ਇਹਦੇ ਪੈਰ ਤਾਂ ਚੁੰਮਦਾ ਇਹਦਾ ਮੱਥਾ ਤਾਂ ਚੁੰਮਦਾ ਕਿਉਂਕਿ ਮੈਂ ਆਪਣੇ ਪਿਆਰੇ ਦੇ ਘਰ ਨਹੀਂ ਜਾ ਸਕਦਾ ਮੈਨੂੰ ਉਹਨਾਂ ਨੇ ਮਾਰ ਦੇਣਾ ਉਹਦੇ ਪਰਿਵਾਰ ਨੇ ਇਸ ਕਰਕੇ ਮੈਂ ਇੱਥੇ ਦੂਰ ਬਹਿ ਕੇ ਤੇ ਵੇਂਦਾ ਰਹਿੰਦਾ ਹਾਂ ਤੇ ਇਹ ਕੁੱਤਾ ਉਹਦੇ ਘਰੋਂ ਆਉਂਦਾ ਜਾਂਦਾ ਹੈ ਇਹ ਮੇਰੇ ਪਿਆਰੇ ਦੇ ਘਰ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਫਿਰ ਆਖਿਆ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਦੇ ਕੁੱਤਿਆਂ 'ਚ ਵੀ ਕਰਾਮਾਤਾਂ ਹੈ ਬਾਬੇ ਬਿਧੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਰ ਦਿੱਤਾ ਸੀ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਭਾਉ ਭਗਤ ਲੀਨਾ ਕਮੀ ਕਦੇ ਉਹ ਬਿਧੀ ਚੰਦਾ ਜਾ ਤੇਰੇ ਕੁੱਤਿਆਂ 'ਚ ਵੀ ਕਰਾਮਾਤਾਂ ਹੋਣਗੀਆਂ ਇਹ ਗੁਰੂ ਨਾਨਕ ਦੇ ਘਰ ਦੇ ਗ੍ਰੰਥੀ ਰਾਗੀ ਦੇ ਸੇਵਾਦਾਰ ਤੇ ਬੜੇ ਉੱਚੇ ਆ ਮਹਾਰਾਜ ਨੇ ਬਚਨ ਛੱਡੇ ਕਹਿੰਦੇ ਇਸ ਘਰ ਦੇ ਕੁੱਤਿਆਂ 'ਚ ਵੀ ਕਰਾਮਾਤ ਹੋਵੇਗੀ ਤੇ ਤੁਸੀਂ ਸਮਝੋ ਹੁਣ ਇਹ ਤੁਹਾਡੀ ਫਿਤਰਤ ਹੈ ਵੀ ਕੀ ਕਿੱਥੇ ਰੱਖਿਆ ਤੁਸੀਂ ਤੁਮਾਰੇ ਸੱਚੇ ਪਾਤਸ਼ਾਹ ਗਰੀਬ ਨਵਾਜ ਦਇਆ ਦੇ ਦਾਤੇ ਇਸ ਕਰਕੇ ਮਹਾਰਾਜ ਜੀ ਕਿਰਪਾ ਦੇ ਮਾਲਕ ਨੇ ਪਿਆਰ ਦੀ ਕਦਰ ਕਰਦੇ ਐ ਸੱਚਾ ਪ੍ਰੇਮ ਹੈ ਰਾਜੇ ਸ਼ਿਵਨਾਭ ਦਾ ਤੇ ਵਿਚੋਲਾ ਬਣ ਗਿਆ ਬਾਗ ਦਾ ਮਾਲੀ ਉਹਨੂੰ ਪਤਾ ਸੀ ਵੀ ਉਹ ਚਾਹੁੰਦਾ ਬਾਬੇ ਨਾਨਕ ਨੂੰ ਤੇ ਜਦੋਂ ਮੈਂ ਜਾ ਕੇ ਦੱਸਿਆ ਵੀ ਤੇਰਾ ਨਾਨਕ ਆ ਗਿਆ ਹੀ ਤੇ ਉਹਨੇ ਮੈਨੂੰ ਇੰਨਾ ਕੁ ਧਨ ਦੇਣਾ ਕਿ ਮੇਰਾ ਸਾਰੀ ਜ਼ਿੰਦਗੀ ਨਹੀਂ ਮੁੱਕਣਾ 3 ਬੰਦਿਆਂ ਦੀ ਨਿਗਾਹ ਤੁਹਾਡੇ ਘਰ ਤੇ ਹੁੰਦੀ ਪਤਾ ਕਿਹਦੀ ਇੱਕ ਪਿੰਡ ਦਾ ਨਾਈ ਦੂਜੀ ਪਿੰਡ ਦੀ ਦਾਈ ਤੇ ਤੀਜਾ ਗੁਰਦੁਆਰੇ ਦਾ ਇਹ ਤਿੰਨੇ ਜਾਣੇ ਸਾਰੇ ਪਿੰਡ ਦੀ ਸੋਖ ਹੀ ਮੰਗਦੇ ਵੀ ਕਦੋਂ ਕਿਸੇ ਦੇ ਘਰ ਖੁਸ਼ੀ ਆਵੇ ਤੇ ਅਸੀਂ ਜਾਈਏ ਸਾਨੂੰ ਫੇਰ ਹੀ ਮੈਂ ਦੇਣਾ ਕਿਸੇ ਨੇ ਕੋ ਹੈ ਨਾ ਆਖੋ ਸਤਿਨਾਮ ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਐ ਇਹ ਮਾਲੀ ਜਿਹੜਾ ਸੀ ਇਹ ਤੁਰੰਤ ਦੌੜ ਗਿਆ ਹੈ ਹੋਤ ਭਇਓ ਤਤਕਾਲ ਜਿਹ ਕੋ ਦਰਸ਼ਨ ਕਰਤ ਨਿਹਾਲਾ ਰਾਜਾ ਸ਼ਿਵਨਾਭ ਜਿਹੜਾ ਮਾਯੂਸ ਹੋਇਆ ਪਿਆ ਕਿਉਂਕਿ ਬਾਬੇ ਬੜੇ ਚਲੇ ਗਏ ਸੀ ਉਹਦਾ ਮਨ ਹੀ ਟੁੱਟ ਗਿਆ ਪਰ ਐਤਕੀ ਬਾਗ ਦੇ ਮਾਲੀ ਨੇ ਆਖਿਆ ਰਾਜਾ ਜੀ ਸੱਚ ਜਾਣਿਓ ਗੁਰੂ ਨਾਨਕ ਦਾ ਆਸ਼ੀਰਵਾਦ ਸੀ ਉਹਦੇ ਕੋਲ ਤੇ ਕਵੀ ਜੀ ਕਹਿੰਦੇ ਜਦੋਂ ਉਹਨੇ ਜਾ ਕੇ ਆਵਾਜ਼ ਮਾਰੀ ਤੇ ਉਹਦਾ ਔਰਾ ਹੀ ਇਦਾਂ ਦਾ ਬਣ ਗਿਆ ਮਾਲੀ ਦਾ ਵੀ ਮਹਿਕ ਆ ਗਈ ਰਾਜੇ ਸ਼ਿਵਨਾਭ ਮਹਿਸੂਸ ਹੋਇਆ ਵੀ ਜਿੱਦਾਂ ਕੋਈ
ਝਟਕਾ ਲੱਗਦਾ ਹੈ ਨਾ ਜਦੋਂ ਕਿਸੇ ਰੰਗੇ ਹੋਏ ਦੀ ਸੰਗਤ ਕਰੀਏ ਨਾ। ਬਾਣੀ ਕਹਿੰਦੀ ਸਾਧ ਕੈ ਸੰਗ ਮੁਖ ਉਜਲ ਹੋਤ। ਕਹਿੰਦੇ ਸੰਗਤ ਵਿੱਚ ਜਿਹੜਾ ਬਹਿੰਦਾ ਨਾ ਰੋਜ਼ ਮੁਖ ਉਜਲ। ਜਿੱਦਾਂ ਕਹਿੰਦੇ ਇੱਕ ਮਾਂ ਆਪਦੇ ਪੁੱਤ ਨੂੰ ਫੜ ਕੇ ਕੰਨ ਤੋਂ ਖੇਡਦੇ ਹੋਏ ਨੂੰ ਮਿੱਟੀ 'ਚ ਲਿਆ ਕੇ ਤੋ ਮਾਰਦੀ ਚਪੇੜਾਂ ਤੇ ਫਿਰ ਲਾਉਂਦੀ ਮੂੰਹ ਤੇ ਸਾਬਣ, ਚੰਗੀ ਰੀਝ ਨਾਲ ਫਿਰ ਤੌਲੀਏ ਨਾਲ ਸਾਫ਼ ਕਰਕੇ ਪਾਊਡਰ ਪਾ ਕੇ ਮੇਰਾ ਸੋਹਣਾ, ਮੇਰਾ ਹੀਰਾ, ਮੇਰਾ ਪਿਆਰਾ। ਤੇ ਕਈ ਵਾਰੀ ਵੇਖ ਕੇ ਕਹਿੰਦਾ ਵੀ ਪਹਿਲਾਂ ਕੁੱਟਿਆ ਤੇ ਬਾਅਦ 'ਚ ਪਿਆਰਾ। ਇਹ ਸੱਚਾਈ ਹੈ। ਆਪਾਂ ਛੋਟੇ ਹੁੰਦੇ ਆਪਣੇ ਵੀ ਬੱਚੇ ਆ। ਇਸੇ ਤਰ੍ਹਾਂ ਗੁਰੂ ਪਹਿਲਾਂ ਛਿੱਲ ਲਾਉਂਦਾ ਆਪਣੇ, ਪਹਿਲਾਂ ਆਪਾਂ ਨੂੰ ਕੰਨੋਂ ਫੜਦਾ ਵੀ ਇੱਧਰ ਆਓ ਕਿਹੜੇ ਕੰਮ ਕਰਦੇ। ਜਦੋਂ ਫਿਰ ਇੱਥੇ ਬਹਿਣਾ ਸ਼ੁਰੂ, ਜਦੋਂ ਤੁਸੀਂ ਹੁਣ ਆ ਗਏ ਆ, ਹੁਣ ਸਮਝ ਲਓ ਆਪਣਾ ਗੁਰੂ ਨੇ ਮੂੰਹ ਧੋਣਾ ਸ਼ੁਰੂ ਕਰਤਾ। ਪਹਿਲਾਂ ਫੇਰਨਾ ਪੈਂਦਾ ਡੰਡਾ ਉਹਨੂੰ। ਉਹ ਡੰਡਾ ਉਹਦਾ ਕਿੱਦਾਂ ਦਾ ਵੀ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਉਹਨੇ ਦੁੱਖ ਲਾਇਆ, ਚਿੰਤਾ ਲਾਈ, ਫਸਾਇਆ। ਪਹਿਲੋਂ ਜੇ ਫਸੇ ਆ ਤੇ ਫੇਰ ਹੀ ਮੱਥਾ ਟੇਕਿਆ, ਉੱਦਾਂ ਨਹੀਂ ਵੜਦਾ ਹੀ ਗੁਰਦੁਆਰੇ। ਮੇਰੇ ਤੋਂ ਲਿਖਾ ਲਓ ਡਾਇਰੀ 'ਤੇ, ਮੈਂ ਲਿਖ ਦਿੰਦਾ ਜਿੰਨੇ ਤੁਸੀਂ ਬੈਠੇ ਆ ਨਾ ਵਿੱਚੇ ਮੈਂ, ਜੇ ਮੈਂ ਅੱਜ ਕਥਾ ਕਰਨ ਦਿਆ ਤੇ ਮੈਨੂੰ ਵੀ ਉਹਨੇ ਕਿਸੇ ਨਾ ਕਿਸੇ ਚੀਜ਼ 'ਚ ਫਸਾਇਆ ਤੇ ਇੱਧਰ ਨੂੰ ਮੋੜਿਆ, ਨਹੀਂ ਤੇ ਮੈਂ ਤੇ ਮੱਥਾ ਨਹੀਂ ਸੀ ਟੇਕਣਾ। ਆ ਜਿੰਨੀ ਸੰਗਤ ਬੈਠੀ ਕਿਤੇ ਨਾ ਕਿਤੇ ਉਹਨੇ ਤੁਹਾਡੇ ਕੰਨ 'ਤੇ ਰੱਖੀ ਆ। ਕੋਈ ਬੱਚਿਆਂ ਵੱਲੋਂ ਦੁਖੀ ਆ, ਕੋਈ ਰੋਗੀ ਆ, ਕਿਸੇ ਦਾ ਕਾਰੋਬਾਰ ਬੰਦ ਪਿਆ ਵਾ, ਕਿਸੇ ਦਾ ਵਿਆਹ ਨਹੀਂ ਹੁੰਦਾ, ਥੋੜ੍ਹਾ ਜਿਹਾ ਚਾਟਾ ਲਾਇਆ ਕਰਕੇ ਐਨੂੰ ਆਏ। ਨਹੀਂ ਤੇ ਬੰਦਾ ਕਹੇ ਕਿਹੜਾ ਗੁਰਦੁਆਰਾ, ਕਿਹੜੀ ਕਥਾ, ਮੈਂ ਨਹੀਂ ਜਾਣਾ। ਤੇ ਬਾਬਾ ਕਹਿੰਦਾ ਜਿੱਦਾਂ ਮਾਂ ਪਹਿਲਾਂ ਚੰਡ ਮਾਰਦੀ ਹੈ ਤੇ ਫਿਰ ਜਦੋਂ ਬੱਚਾ ਕੋਲੇ ਬਹਿੰਦਾ ਫਿਰ ਐ ਨਵਾ ਧਵਾ ਕੇ ਮੱਥਾ ਚੁੰਮ ਕੇ ਛਾਤੀ ਨਾਲ ਲਾਉਂਦੀ ਤੇ ਬੱਚਾ ਗੋਦੀ 'ਚ ਹੈ ਸੌ ਜਾਂਦਾ ਜੇ। ਕਮਲਿਓ ਆਪਣੇ ਭਾਗ ਜਾਗੇ, ਆਪਾਂ ਨੂੰ ਗੁਰੂ ਸਾਹਿਬ ਨੇ ਇੱਥੇ ਬਿਠਾਇਆ। ਮੈਂ ਨਹੀਂ ਕਹਿੰਦਾ, ਸੁਖਮਨੀ ਸਾਹਿਬ 'ਚ ਮਾਰੇ ਕਹਿੰਦੇ ਸਾਧ ਕੈ ਸੰਗ ਮੁਖ ਉਜਲ ਹੋਤ। ਜਿਹੜਾ ਰੋਜ਼ ਸੰਗਤ ਕਰਨ ਲੱਗ ਪੈਂਦਾ ਉਹਦਾ ਮੂੰਹ ਗੁਰੂ ਨਾਨਕ ਸਾਹਿਬ ਧੋ ਦਿੰਦੇ। ਅਗਲੀ ਪੰਕਤੀ 'ਚ ਕਹਿੰਦੇ ਸਾਧ ਸੰਗ ਮਲ ਸਗਲੀ ਖੋਤ। ਜਿੰਨੀ ਬਾਡੀ 'ਚ ਮੈਲ ਆ ਨਾ, ਅੱਖਾਂ 'ਚ ਮੈਲ, ਕੰਨਾਂ 'ਚ, ਜੀਭ 'ਚ, ਮਹਾਰਾਜ ਕਹਿੰਦੇ ਫਿਰ ਸਾਰੇ ਦੀ ਸਾਰੀ ਬਾਹਰ ਆ ਜਾ। ਜਿੱਦਾਂ ਪਥਰੀ ਬਾਹਰ ਆ ਜਾਂਦੀ ਨਾ ਸਾਫ਼ ਕਰਕੇ ਪੈਪ ਤੇ, ਫਿਰ ਕਹਿੰਦੇ ਹਾਂ ਸੁੱਖ ਦਾ ਸਾਹ ਆ ਗਿਆ। ਕਈ ਵਾਰੀ ਇੱਥੇ ਤੇਜ਼ਾਬ ਬਣ ਜੇ ਨਾ ਤੇ ਡਾਕਟਰ ਜਿੰਨਾ ਚਿਰ ਮੈਡੀਸਨ ਨਾ ਦੇਵੇ ਜੀ ਕਰਦਾ ਵੀ ਛਾਤੀ ਪਾੜ ਜਾਣੀ ਹੈ। ਜਦੋਂ ਫਿਰ ਸਹੀ ਹੋ ਜਾਂਦਾ ਕਹਿੰਦਾ ਡਕਾਰ ਆਉਂਦਾ, ਡਾਕਟਰ ਸਾਹਿਬ ਤੇਰਾ ਭਲਾ ਹੋਵੇ। ਮਹਾਰਾਜ ਕਹਿੰਦੇ ਗੁਰੂ ਕੋਲ ਬਹਿ ਜਾ, ਜਨਮਾਂ ਦੀ ਮੈਲ ਲਾ ਦੇਗਾ। ਸਾਧ ਕੇ ਸੰਗ ਮਿਟੈ ਅਭਿਮਾਨ। ਆ ਜਿਹੜਾ ਮੁੱਛਾਂ ਨੂੰ ਤਾ ਦੇ ਕੇ ਤੇ ਆਕੜਦਾ ਨਾ ਹਰ ਕਿਸੇ ਦੇ ਅੱਗੇ, ਇਹ ਖਤਮ ਹੋ ਜੂ ਸਾਊਗਾ। ਹੱਥ ਜੜਾ ਦੇਣੇ ਉਹਨੇ ਤੇਰੇ, ਐਦਾਂ ਹੀ ਕਰੀ ਜਾਣਾ ਤੂੰ ਹਰ ਕਿਸੇ ਨੂੰ ਵਾਹਿਗੁਰੂ ਜੀ, ਪਿਆਰਿਓ ਜੀ। ਕਿਉਂ? ਕਿਉਂਕਿ ਸਾਧ ਕੇ ਸੰਗ ਮਿਟੈ ਅਭਿਮਾਨ। ਅਭਿਮਾਨ ਕਹਿੰਦੇ ਹੰਕਾਰ ਨੂੰ। ਕਈ ਬੰਦੇ ਨਾ ਫਤਿਹ ਨਹੀਂ ਬੁਲਾਉਂਦੇ, ਇੰਨਾ ਹੰਕਾਰ ਉਹਨਾਂ ਨੂੰ ਆਪਦੀ ਕੋਠੀਆਂ, ਗੱਡੀਆਂ, ਮਾਇਆ ਦੌਲਤ ਦਾ। ਕਈ ਵਾਰੀ ਕਹੀਦਾ ਨਾ ਬਾਬਾ ਜੀ ਫਤਿਹ, ਅਗਲੇ ਨੂੰ ਜਵਾਬ ਨਹੀਂ ਦਿੰਦੇ, ਇੰਨਾ ਰੋਹ ਹੈ। ਇੱਥੋਂ ਤੱਕ ਕਹਿੰਦੇ ਹੋਏ ਬਾਬੇ ਐਵੇਂ ਮੰਗਤੇ ਹੈਗੇ, 10 ਰੁਪਈਏ ਦਿਓ ਤੇ ਖੁਸ਼ ਹੁੰਦੇ। ਐਦਾਂ ਬੋਲਦੇ ਜਿਹੜੇ ਹੰਕਾਰੇ ਹੋਏ ਹਨ। ਇਸ ਵਿਚੋਲੇ ਨੇ ਫਿਰ ਜਦੋਂ ਬਾਬੇ ਨਾਨਕ ਦੇ ਬਾਬਤ ਦੱਸਿਆ ਕਿ ਰਾਜਾ ਤੇਰੇ ਬਾਗ ਦੇ ਵਿੱਚ ਜਿਹੜਾ ਬਾਗ ਮੈਨੂੰ ਤੂੰ ਸੌਂਪਿਆ ਸੀ ਨਾ, ਰਾਜਾ ਸ਼ਿਵਨਾਬ ਕਹਿੰਦਾ ਕੀ ਹੋਇਆ? ਕਹਿੰਦੇ ਉਹ ਬਾਗ ਸੁੱਕ ਗਿਆ ਸੀ, ਲੱਖਾਂ ਯਤਨ ਕੀਤੇ ਪਰ ਹਰਿਆ। ਤੇ ਰਾਜਾ ਸ਼ਿਵਨਾਬ ਕਹਿੰਦਾ ਗੱਲ ਵੀ ਪੂਰੀ ਦੱਸ, ਟਾਈਮ ਹੋ ਜਾਣਾ ਏ। ਜਿੱਦਾਂ ਤੁਹਾਡੀ ਨਿਗਾਹ ਨਾਲ ਟਾਈਮ ਵੱਲ ਜਾਂਦੀ, ਜਿਹਦੀ ਖਿੱਚ ਵੀ ਘੜੀ ਭੱਜ ਚੱਲੀ, ਬਾਬਾ ਜੀ ਅੱਗੇ ਚਲੋ। ਤੋ ਇਸ ਕਰਕੇ ਉਹ ਵੀ ਕਹਿੰਦਾ ਅੱਗੇ ਵੀ ਦੱਸ। ਕਹਿੰਦੇ ਰਾਜਾ ਜੀ ਤੇਰਾ ਬਾਗ ਹਰਿਆ ਹੋ ਗਿਆ। ਦੁਐ ਚੇਲੇ ਹੈ ਤਾਕੇ ਸੰਗ, ਚਲੋ ਨਿਕਟ ਤਹ ਧਾਰ ਉਮੰਗ। ਕਹਿੰਦੇ ਉਸ ਸਾਧੂ ਦਾ ਚਿਹਰਾ ਬੜਾ ਸੋਹਣਾ ਲੱਗਦਾ ਏ, ਜੀ ਕਰਦਾ ਵੇਖੀ ਜਾਵਾ। ਦਰਸ਼ਨ ਪਿਆਸੀ ਦਿਨ ਸਰਾ, ਚਿਤਵੋ ਅਨ ਤੇ ਮਲੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਹੁਣ ਜਿਹੜਾ ਅੱਗੇ ਪਿਆਸਾ ਹੋਵੇ ਤੇ ਪਾਣੀ ਮਿਲ ਜਾਵੇ, ਐਸੇ ਬਚਨ ਕੀਤੇ। ਕਹਿੰਦੇ ਚਲੋ ਨਿਕਟ, ਕਹਿਣ ਲੱਗੇ ਐਸਾ ਸਾਧੂ ਹੈ, ਉਹਦੇ ਨਿਕਟ ਚੱਲੋ। ਉਹਦੇ ਨਾਲ 2 ਚੇਲੇ ਵੀ ਹਨ, ਇਕੱਲਾ ਨਹੀਂ ਉਹ। ਉਹਦੇ ਨਾਲ 2 ਰੂਹਾਨੀਅਤ ਦੇ ਮਾਲਕ, ਇੱਕ ਸੱਜੇ ਇੱਕ ਖੱਬੇ, 3 ਜਾਣੇ ਹਨ। ਜਿਹੜਾ ਵਿੱਚ ਬੈਠਾ ਹੈ
ਉਹਦੀਆਂ ਤੇ ਕਿਆ ਹੀ ਬਾਤਾਂ ਹਨ। ਜੀ ਕਰਦਾ ਦਰਸ਼ਨ ਹੀ ਕਰੀ ਜਾਵਾਂ। ਸੁਨਤ ਸ਼੍ਰਵਣ ਭੂਪਤ ਹਰਿ ਖਾਇਓ, ਮੰਤਰੀ ਆਪਣੋ ਨਿਕਟ ਬੁਲਾਇਓ। ਕਹਿੰਦੇ ਰਾਜੇ ਦੇ ਤੇ ਖੁਸ਼ੀ ਦੀ ਹੱਦ ਨਾ ਰਹੀ, ਚਾਹ ਚੜ ਗਿਆ, ਨੇਤਰ ਜਿਹੜੇ ਗਿੱਲੇ ਸੀ ਨਾ ਸੁੱਕ ਗਏ, ਚਿਹਰੇ ਤੇ ਰੌਣਕਾਂ ਆ ਗਈਆਂ, ਪੈਰਾਂ 'ਚ ਖੁਸ਼ੀਆਂ ਨੱਚ ਪਈਆਂ ਤੇ ਆਪਣੇ ਮੰਤਰੀ ਨੂੰ ਬੁਲਾਉਣਾ ਕੀਤਾ। ਤੇ ਕੇ ਸੰਗ ਕਹੀ ਏ ਬਾਣੀ, ਜਾਵੋ ਨਿਕਟ ਸੰਤ ਸੁਖਦਾਨੀ। ਤੇ ਆਪਣੇ ਮੰਤਰੀ ਨੂੰ ਕਹਿੰਦੇ ਜਾ ਮਿੱਤਰਾ, ਮੈਂ ਗੁਰੂ ਨਾਨਕ ਤੋਂ ਬਿਨਾਂ ਕਿਸੇ ਨੂੰ ਨਹੀਂ ਮਿਲਣਾ ਤੇ ਮੈਨੂੰ ਅਜੇ ਪੂਰੀ ਤਰ੍ਹਾਂ ਯਕੀਨ ਨਹੀਂ ਆ, ਜਾ ਪਹਿਲਾਂ ਤੂੰ ਜਾ ਤੇ ਵੇਖ ਕੇ ਆਉਣਾ ਕਰ। ਜੇ ਸ੍ਰੀ ਨਾਨਕ ਆਗਮ ਕੀਨਾ, ਕਰੋ ਪਰਖ ਭਲ ਬਿਦ ਲਿਓ ਚੀਨਾ। ਕਹਿੰਦੇ ਲੈ ਜਾ ਨਾਲ ਆ ਬੀਬੀਆਂ ਕੁੜੀਆਂ ਜਿਹੜੀਆਂ ਨੱਚਣ ਵਾਲੀਆਂ, ਸਾਜੋ ਸਮਾਨ ਲੈ ਜਾਓ ਪੂਰਾ, ਜਿਹੜਾ ਵੀ ਆਉਂਦਾ ਸੀ ਨਾ ਪਰਖ ਕਰਨ ਦੇ ਪਿਆ ਸੀ, ਕਹਿੰਦੇ ਲੈ ਜਾ ਸਭ ਨੂੰ ਨਾਲ ਤੇ ਚੰਗੀ ਵਿਧੀ ਦੇ ਨਾਲ ਪਰਖ ਕਰੀ ਕਿ ਉਹ ਮੇਰਾ ਨਾਨਕ ਹੀ ਹੈ ਕਿ ਕੋਈ ਹੋਰ ਹੈ। ਜਾ ਚਲੇ ਜਾ ਵੇਖਣਾ ਕਰ। ਪਰਸੁਰਾਮ ਸੁਨ ਬਚ ਅਵਨੀਪਾ, ਸੁੰਦਰ ਭੋਜਨ ਲੀਨ ਸਮੀਪਾ। ਤੇ ਕਹਿੰਦੇ ਨਾਲ ਇੱਕ ਕੰਮ ਕਰੀ, ਪਰਸੁਰਾਮ ਇਹਦਾ ਨਾਂ ਜੀ, ਪਰਸ਼ੁਰਾਮ ਇਹ ਚੇਤਾ ਰੱਖਿਓ। ਰਾਜੇ ਸ਼ਿਵਨਾਵ ਦਾ ਜਿਹੜਾ ਮੰਤਰੀ ਉਹਦਾ ਨਾਮ ਹੈ ਪਰਸ਼ੁਰਾਮ। ਕਹਿੰਦੇ ਇਦਾਂ ਕਰ ਵਧੀਆ ਭੋਜਨ ਬਣਾਈ, ਜੇ ਕਿਤੇ ਸੱਚੀ ਮੇਰਾ ਨਾਨਕ ਹੋਇਆ ਤੇ ਪੈਂਡਾ ਬਹੁਤ ਦੂਰ ਦਾ ਏ, ਉਹਨੂੰ ਭੁੱਖ ਡਾਢੀ ਲੱਗੀ ਹੋਵੇਗੀ ਤੇ ਪ੍ਰਸ਼ਾਦਾ ਛਕਾ ਕੇ ਤੇ ਫਿਰ ਆਇਓ। ਵੇਖੋ ਪਿਆਰ ਵੀ ਸੀ ਨਾ ਅੰਦਰ, ਪਰ ਜਿਹੜੇ ਮੇਰੇ ਵਰਗੇ ਠੱਗੀਆਂ ਵਾਲੇ ਉਹਨਾਂ ਨੇ ਭਰੋਸਾ ਤੋੜਤਾ। ਅੱਜ ਵੀ ਬਹੁਤੀਆਂ ਸੰਗਤਾਂ ਨੇ ਜੁੜੀਆਂ ਸਨ, ਜਦੋਂ ਮਾੜਿਆਂ ਦੇ ਨਾਲ ਜੁੜੇ ਗਲਤ ਬੰਦਿਆਂ ਦੇ, ਉਹਨਾਂ ਨੇ ਚੰਗਿਆਂ ਦਾ ਵੀ ਰਿਕਾਰਡ ਖਤਮ ਕਰਤਾ। ਗਲਤੀ ਇੱਕ ਨੇ ਕੀਤੀ, ਲੋਕਾਂ ਸਾਰਿਆਂ ਨੂੰ ਇੱਕੋ ਜਿਹੀ ਬਣਾ ਲਿਆ ਜੀ, ਸਾਰਿਆਂ ਨੂੰ ਇੱਕੇ ਆਖਣਾ ਹੀ ਵੇਖਦੀ ਦੁਨੀਆ। ਤੇ ਇਸ ਕਰਕੇ ਰਾਜੇ ਦੇ ਅੰਦਰ ਸ਼ਰਧਾ ਅਜੇ ਵੀ ਪਈ ਆ, ਪਰ ਡਰ ਵੀ ਪੈ ਗਿਆ ਵੀ ਕਿਤੇ ਕੋਈ ਨਕਲੀ ਨਾ ਹੋਵੇ। ਇਸ ਕਰਕੇ ਕਹਿੰਦੇ ਪਰਖ ਲਿਓ, ਵਧੀਆ ਭੋਜਨ ਲੈ ਜਾਓ, ਜੇ ਪਰਖ ਪਾਸ ਹੋਈ ਸੱਚੀ ਮੇਰਾ ਨਾਨਕ ਹੋਇਆ ਤੇ ਪ੍ਰਸ਼ਾਦਾ ਛਕਾ ਦਿਓ। ਗਮਨਿਓ ਉਪਵਨ ਕੋ ਤਤਕਾਲਾ, ਜਹਾਂ ਬਿਰਾਜਤ ਦੀਨ ਦਇਆਲਾ। ਕਹਿੰਦੇ ਉਹ ਤੁਰੰਤ ਹੁਕਮ ਸਿਰ ਮੱਥੇ ਮੰਨ ਕੇ ਉਸ ਬਾਗ ਵਿੱਚ ਪਹੁੰਚ ਗਏ ਜਿੱਥੇ ਮਹਾਰਾਜ ਜੀ ਬਿਰਾਜਮਾਨ ਹਨ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਕੀਨ ਬੰਦਨਾ ਦਵੈ ਕਰ ਜੋਰੀ, ਆਗੇ ਭੋਜਨ ਧਰਿਓ ਬਹੋਰੀ। ਕਹਿੰਦੇ ਹਨ ਦੋਵੇਂ ਹੱਥ ਜੁੜ ਗਏ ਰਾਜੇ ਦੇ ਮੰਤਰੀ ਪਰਸ਼ੁਰਾਮ ਦੇ। ਪਤਾ ਨਹੀਂ ਕੀ ਹੋਇਆ, ਅੱਜ ਅੱਗੇ ਵੀ ਬਥੇਰੇ ਬਾਬੇ ਆਉਂਦੇ ਸੀ, ਪਹਿਲੀ ਤੱਕਣੀ ਦੇ ਵਿੱਚ ਜਦੋਂ ਰਬਾਬੀ ਮਰਦਾਨਾ ਬਾਲਾ ਤੇ ਨਾਨਕ ਜੀ ਨੂੰ ਵੇਖਿਆ, ਪਤਾ ਨਹੀਂ ਅੰਦਰੋਂ ਜਨਮਾਂ ਜਨਮਾਂ ਦੇ ਭਾਗ ਜਾਗੇ ਸੀ, ਜਿਹੜੇ ਹੱਥ ਮੰਤਰੀਆਂ ਦੇ ਹੱਥ ਕਿਸੇ ਅੱਗੇ ਬੋਲੋ ਨਹੀਂ ਨਾ ਜੁੜਦੇ, ਪਰ ਅੱਜ ਜੁੜ ਗਏ। ਹਿਰਦੇ 'ਚ ਆਵਾਜ਼ ਆਈ, ਐਸਾ ਦਰਸ਼ਨ ਹੀ ਮਹਾਰਾਜ ਦਾ ਐਸਾ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਮਹਾਰਾਜ ਨੇ ਤੇ ਸੱਪਾਂ ਨੂੰ ਠੰਡ ਪਾਤੀ, ਜਿਨ੍ਹਾਂ 'ਚ ਜ਼ਹਿਰ ਫਕਾਰੇ ਮਾਰਦਾ ਸੀ, ਕਹਿੰਦੇ ਉਹਦੇ ਹੱਥ ਜੁੜ ਗਏ ਹਨ। ਮਹਾਰਾਜ ਦਾ ਸਰੂਪ ਵੇਖਦਿਆਂ ਹੀ ਉਹਨੇ ਨਮਸਕਾਰ ਕੀਤੀ ਹੈ। ਲਿਪਤ ਪਠਿਓ ਹੈ ਕਰੋ ਆਹਾਰਾ, ਸੁਨ ਸ਼੍ਰੀ ਨਾਨਕ ਬਚਨ ਉਚਾਰਾ। ਕਹਿੰਦੇ ਫਿਰ ਉਹਨੇ ਜਿਹੜਾ ਥਾਲ ਸੀ ਪ੍ਰਸ਼ਾਦੇ ਵਾਲਾ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖਿਆ ਤੇ ਸਹਿ ਸੁਭਾਅ ਵਚਨ ਕੀਤਾ ਕਿ ਮਹਾਂਪੁਰਖੋ ਭੋਜਨ ਛਕ ਲਵੋ। ਰਸ ਕਸ ਸਾਧ ਬਾਦ ਏ ਜਾਨੋ, ਨਾਮ ਮਹਾਰਸ ਸੁਖ ਦਾ ਮਾਨੋ। ਲਓ ਜੀ, ਸੱਚੇ ਤੇ ਝੂਠੇ ਦਾ ਆ ਫਰਕ ਜੇ, ਰੱਜੇ ਹੋਏ ਤੇ ਭੁੱਖੇ ਦਾ ਆ ਫਰਕ ਜੇ। ਜਦੋਂ ਥਾਲ ਦਾ ਕੱਪੜਾ ਚੁੱਕਿਆ ਤੇ 36 ਪ੍ਰਕਾਰ ਦਾ ਭੋਜਨ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ ਇਹਨੂੰ ਢੱਕ ਦੇ। ਹੁਣ ਜਿਹੜੇ ਪਹਿਲੇ ਬਾਬੇ ਜਾਂਦੇ ਉਹ ਤੇ ਇਦਾਂ ਪੈਂਦੇ ਸੀ, ਜਿਹਨੂੰ ਕਹਿੰਦੇ ਹੁਣ ਕਹਾਵਤਾਂ ਕਹਿਣ ਵਾਲੀਆਂ ਦੀਆਂ ਕੋ ਸਤਨਾਮ। ਤੇ ਕਹਿੰਦੇ ਹਨ ਇਹ ਬਾਬੇ ਦੇ ਚਿਹਰੇ ਦੇ ਨੂਰ ਨੇ ਦੱਸਤਾ ਕਿ ਪਹਿਲੇ ਬਾਬੇ ਦੇ ਹੱਥਾਂ 'ਚੋਂ ਖੋਹ ਕੇ ਖਾ ਜਾਂਦੇ ਪਲੇਟਾਂ। ਤੇ ਮਹਾਰਾਜ ਕਹਿੰਦੇ ਪੁਰਖਾ ਇਹਨੂੰ ਢੱਕ ਲਾ।
ਇਹ ਪਦਾਰਥ ਸਾਡੇ ਕਿਸੇ ਕੰਮ ਨਹੀਂ, ਅਸੀਂ ਤੇ ਨਾਮ ਦਾ ਰਸ ਲਿਆ, ਭਾਵ ਕੀਰਤਨ ਕੀਤਾ ਤੇ ਰੱਜ ਗਏ ਹਾਂ। ਫਸੇ ਜੁਨ ਮੈਂ ਹੋਤ ਬਿਕਾਰਾ, ਅਹ ਨਾਮ ਕੇ ਰਸ ਅਵਿਕਾਰਾ। ਕਹਿੰਦੇ ਹਨ ਤੁਸੀਂ ਸਵਾਦਾਂ 'ਚ ਫਸੇ ਹੋ ਜੀਵ ਦੇ, ਇਹ ਜੀਵ ਦੇ ਜਿਹੜੇ ਸਵਾਦ ਨੇ ਅੰਦਰ ਵਿਕਾਰ ਪੈਦਾ ਕਰਦੇ ਹਨ। ਹੁਣ ਪਰਸ਼ੁਰਾਮ ਨੇ ਵੇਖਿਆ ਵੀ ਇਹ ਸੰਤ ਦੀਆਂ ਤੇ ਗੱਲਾਂ ਹੀ ਨਹੀਂ ਰਲਦੀਆਂ। ਹੁਣ ਕਈ ਗੁੱਸੇ ਜਾ ਕੇ ਪ੍ਰਚਾਰਕ ਕਹਿੰਦੇ ਨਾ ਜੀ ਸੰਤ ਹੈਗੇ ਨਹੀਂ, ਸੰਤਾਂ ਦਾ ਤੇ ਬੇੜਾ ਹੀ ਬਹਿ ਗਿਆ। ਪਰ ਨਹੀਂ ਸਾਧ ਸੰਗਤ, ਜੇ 95 ਠੱਗ ਨੇ ਤੇ 5 ਸਾਧੂ ਵੀ ਹੈ। ਹੁਣ ਪਰਸ਼ੁਰਾਮ ਨੇ ਪਹਿਲੇ ਬਾਬੇ ਵੇਖੇ, ਉਹ ਤੇ ਪਲੇਟਾਂ ਅੱਗੋਂ ਦੀ ਖੋਹਣ ਪੈ ਗਏ। ਤੇ ਇਹ ਕਿੱਦਾਂ ਦਾ ਸੰਤ ਹੈ? ਹਾਲਾਂਕਿ ਮਰਦਾਨਾ ਵੇਖ ਰਿਹਾ ਹੈ। ਤੇ ਮਹਾਰਾਜ ਨੇ ਪਹਿਲਾਂ ਸਮਝਾਇਆ ਸੀ ਵੀ ਮੇਰੇ ਪਿਆਰੇ ਦਾ ਪਿਆਰ ਹੈ, ਉਹਨੇ ਪਰਖਾਂ ਰੱਖੀਆਂ ਵਾ ਤੇ ਛਕਾਵਾਂਗੇ ਜ਼ਰੂਰ, ਕਾਲੀ ਨਾ ਕਰ ਜੀ ਕਿਤੇ। ਜਦੋਂ ਉਹਦੇ ਕੋਲ ਜਾਵਾਂਗੇ ਵੇਖੀ ਸੇਵਾ ਕਰਦਾ ਕਿੱਦਾਂ। ਅਜੇ ਉਹਨੇ ਪਰਖ ਭੇਜੀ ਆ ਵੀ ਇਹ ਭੁੱਖੇ ਆ ਕਿ ਸੰਤੋਖੀ ਆ। ਮਰਦਾਨੇ ਨੂੰ ਐਸਾ ਬਚਨ ਦਿੱਤਾ, ਮਰਦਾਨੇ ਨੇ ਅੱਖਾਂ ਬੰਦ ਕੀਤੀਆਂ। ਮਾਰੇ ਕਹਿੰਦੇ ਤੂੰ ਸੁੰਨ ਸਮਾਧ ਹੀ ਰਹਿਣਾ, ਤੂੰ ਪਲੇਟਾਂ ਵੱਲ ਨਹੀਂ ਵੇਖਣਾ। ਵਾਹਿਗੁਰੂ। ਇਸ ਕਰਕੇ ਜੇ ਤੂੰ ਵੇਖਿਆ ਤੇ ਉਹਨੇ ਕਿਹੜਾ ਚੁਕਾ ਦਿਓ। ਤੇ ਮਹਾਰਾਜ ਨੇ ਫਿਰ ਸ਼ਬਦ ਨਾਲ ਖੋਜ ਪਾਉਣੀ। ਜਦੋਂ ਮੁਲਤਾਨ 'ਚ ਗਏ ਉੱਥੇ ਵੀ ਇਦਾਂ ਹੋਇਆ। ਉੱਥੇ ਪੀਰ ਬਹਾਵਲ ਬੈਠਾ ਤੇ ਉਹਨੇ ਦੁੱਧ ਦਾ ਗੜਵਾ ਭਰ ਕੇ, ਇਹ ਮਰਦਾਨਾ ਵੇਖ ਕੇ ਕਹਿੰਦਾ ਬਾਬਾ ਤੇ ਬੜੇ ਬੰਦੇ ਚੰਗੇ ਆ, ਇਹ ਤੇ ਆਉਂਦੇ ਦੁੱਧ ਗਰਮ ਕਰ ਲਿਆਏ। ਮਹਾਰਾਜ ਕਹਿੰਦੇ ਮਤਾ ਹੱਥ ਲਾਵੀਂ। ਉਹ ਰਮਜ ਨਾਲ ਕਹਿੰਦੇ ਆ ਵੀ ਮੁਲਤਾਨ ਪੀਰਾਂ ਨਾਲ ਭਰਿਆ ਪਿਆ, ਤੁਸੀਂ ਬਾਬਾ ਤੁਰਦੇ ਬਣੋ, ਤੁਹਾਡੀ ਲੋੜ ਨਹੀਂ ਇੱਥੇ। ਮਹਾਰਾਜ ਸਾਹਿਬ ਕਹਿੰਦੇ ਤੈਨੂੰ ਪਿਉਣ ਨਹੀਂ ਭਜਾਉਣ ਲਿਆਏ ਆ। ਇਹ ਰਮਜ ਸਮਝੀ ਦੀ ਹੁੰਦੀ। ਸਿਆਣੇ ਕਹਿੰਦੇ ਜਿਹੜਾ ਸਿਆਣਾ ਬੰਦਾ ਨਾ ਕਿਸੇ ਦੇ ਘਰ 'ਚ 5 ਮਿੰਟ ਬਹੂ ਤੇ ਸਾਰਾ ਵੇਖ ਲੂਗਾ ਹਿਸਾਬ ਕਿਤਾਬ ਕਿ ਅਸਲੀ ਕਿ ਨਕਲੀ ਹੈ। ਕਈ ਬੰਦੇ ਇੱਦਾਂ ਹੀ ਮੈਂ ਸਿਆਣੇ ਵੇਖੇ ਸਮਝਦਾਰ, ਉਹਨਾਂ ਨੇ ਗੱਲਾਂ ਤੋਂ ਬੋਲਣ ਤੋਂ ਬਹਿਣ ਤੋਂ ਹਿਸਾਬ ਲਾ ਲੈਣਾ ਵੀ ਇਹ ਪਰਿਵਾਰ ਸ਼ਰਧਾ ਵਾਲਾ ਕਿ ਨਿਸ਼ਰਦਕ ਹੈ। ਚਲੋ ਜਿੰਨੀ ਜੋਗੀ ਅਸੀਂ ਵੀ ਸੰਗਤ ਕੀਤੀ ਹੈ। ਮਹਾਂਪੁਰਖ ਕਹਿੰਦੇ ਹੁੰਦੇ ਬੰਦੇ ਦੀ ਸ਼ਕਲ ਵੇਖ ਕੇ ਦੱਸ ਦਿਆਂਗੇ ਕਿੱਥੋਂ ਆਇਆ ਤੇ ਕਿੱਧਰ ਚੱਲਿਆ ਤੇ ਇਹਦਾ ਅੰਦਰ ਕੀ ਹੈ। ਇੰਨਾ ਤਜਰਬਾ ਹੋ ਜਾਂਦਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜੀ ਕਰਦੇ ਨੇ। ਮਹਾਰਾਜ ਕਹਿੰਦੇ ਜਿੰਨੇ ਰਸ ਸਰੀਰ ਕੇ ਤੇ ਲੱਗੇ ਦੁੱਖ। ਇਹ ਬਿਮਾਰੀਆਂ ਤੇ ਵਿਕਾਰ ਪੈਦਾ ਕਰਦੇ ਜਿਹੜੇ ਥਾਲ ਤੁਸੀਂ ਭਰੇ ਹਨ। ਸੁਨ ਕੇ ਬਚ ਮੰਤਰੀ ਬਿਸਮਾਨਾ, ਬਹੁ ਗਮਨਿਓ ਨਿਕਟ ਰਜਾਨਾ। ਕਹਿੰਦੇ ਬਚਨ ਸੁਣ ਕੇ ਤੇ ਮੰਤਰੀ ਬਹਿ ਬਹਿ ਕੇ ਨਿਕਲ ਗਿਆ ਹੈ, ਦੌੜ ਗਿਆ ਫੁੱਲ ਸਪੀਡ 'ਚ। ਖੁਸ਼ੀ ਦੀ ਹੱਦ ਨਹੀਂ ਰਹੀ। ਇੱਥੇ ਸ਼ਬਦ ਲਿਖਿਆ ਬਿਸਮਾਨਾ। ਵਿਸਮਾਦ ਦਾ ਭਾਵ ਹੁੰਦਾ ਪੈਰਾਂ ਤੋਂ ਸਿਰ ਤੱਕ ਆਨੰਦ ਹੀ ਚੜ ਗਿਆ ਵੀ ਜਿਹਨੂੰ ਡੀਕਦਾ ਸੀ। ਪਹਿਲੇ ਕਿਸੇ ਬਾਬੇ ਨੇ ਨਹੀਂ ਆਖਿਆ ਵੀ ਚੰਗੇ ਪਦਾਰਥ ਖਾ ਕੇ ਵਕਾਰ ਮਿਲਦੇ ਐ। ਉਹ ਤੇ ਖੋ ਖੋ ਕੇ ਪਲੇਟਾਂ ਖਾ ਗਏ, ਚੱਟ ਗਏ ਉਂਗਲਾਂ ਨਾ। ਆ ਪਹਿਲਾ ਬਾਬਾ ਤੇ ਇਹਦੇ 2 ਸਾਥੀ ਹੈ ਜਿਨ੍ਹਾਂ ਨੇ ਆਖਿਆ ਇਹ ਭੋਜਨ 'ਚ ਵਕਾਰ ਨੇ, ਅਸੀਂ ਕੀਰਤਨ ਦਾ ਭੋਜਨ ਛਕ ਲਿਆ, ਅਸੀਂ ਨਹੀਂ ਛਕਣਾ। ਪਤਾ ਲੱਗ ਜਾਂਦਾ ਨਾ ਬੰਦਾ 4 ਕੁ ਚੀਜ਼ਾਂ ਤੋਂ ਪਛਾਣਿਆ ਜਾਂਦਾ। ਦਸਤਾਰ, ਗੁਫਤਾਰ, ਰਫਤਾਰ, ਰਹਿਣੀ, ਕਹਿਣੀ, ਬਹਿਣੀ ਤੇ ਇਹ 4 ਚੀਜ਼ਾਂ ਤੋਂ ਅੰਦਾਜ਼ਾ ਲਾ ਲਿਓ ਵੀ ਬੰਦਾ ਕਿਹੋ ਜਿਹੀ ਕਮਿਊਨਿਟੀ ਦਾ। ਇੱਕ ਉਹਦੀ ਗੁਫਤਾਰ, ਉਹਦੀ ਦਸਤਾਰ, ਉਹਦੀ ਬੋਲਣੀ ਬਹਿਣੀ ਤੋਂ ਪਤਾ ਲੱਗੂਗਾ ਵੀ ਇਹ ਕਿੰਨੇ ਕੁ ਪਾਣੀ 'ਚ ਹੈ। ਕਈ ਬੰਦੇ ਕਹਿ ਨਹੀਂ ਦਿੰਦੇ ਮੈਂ ਤੇਰੀ ਸ਼ਕਲ ਵੇਖ ਕੇ ਦੱਸਦਾ ਸੀ ਨਾਲ ਦਿਆਂ ਨੂੰ ਵੀ ਇਹ ਬੰਦਾ ਇੱਦਾਂ ਦਾ। ਉਹ ਗੈਸ ਹੁੰਦਾ ਕਿਸੇ ਦਾ। ਜਿਨ੍ਹਾਂ ਨੇ ਤਜਰਬੇ ਕੀਤੇ ਨਾ ਧੱਕੇ ਖਾਦੇ ਹੈ ਉਹਨਾਂ ਨੂੰ ਸਕੈਨ ਕਰਨ ਦੀ ਲੋੜ ਨਹੀਂ ਪੈਂਦੀ। ਮਾਲਕ ਹੈ ਦੁਨੀਆ ਦਾ ਬਾਬਾ। ਜਦੋਂ ਉਹਨਾਂ ਨੇ ਐਸੀ ਹਾਲਾਤ ਵੇਖੇ ਦੌੜ ਕੇ ਰਾਜੇ ਕੋਲ ਜਾਣਾ ਕੀਤਾ। ਜਾਏ ਸਬਹਿ ਵਿਚਰਿਓ ਬਿਰਤੰਤਾ, ਸਾਧ ਅਸਨ ਤੇ ਬ੍ਰਿਕਤੀ ਸੰਤਾ। ਔਰ ਕਹਿੰਦੇ ਜਾ ਕੇ ਸੁਣਾਇਆ, ਕਹਿੰਦੇ ਰਾਜਾ ਤੂੰ ਧੰਨ ਹੈ। ਰਾਜਾ ਸ਼ਿਵਨਾਭ ਕਹਿੰਦਾ ਕੀ ਹੋਇਆ? ਕਹਿੰਦੇ ਉਹਨਾਂ ਮਹਾਂਪੁਰਖਾਂ ਨੂੰ ਦੁਨਿਆਵੀ ਚੀਜ਼ਾਂ 'ਚ ਕੋਈ ਰਸ ਨਹੀਂ। ਤੇ ਆਪਾਂ ਨੂੰ ਤੇ ਪਹਿਲਾਂ ਟੈਂਟ ਲੱਗਾ ਹੁੰਦਾ। ਇਹ ਘਰ ਵਾਲੇ ਪਹਿਲਾਂ ਕਹਿੰਦੇ ਵਾਹਿਗੁਰੂ ਚਾਹ ਛਕ ਲਓ। ਐ ਪਕੌੜਿਆਂ ਦੀ ਤਹਿ ਲਾ ਕੇ ਜਿਵੇਂ ਟਰਾਲੀ ਤੂੜੀ ਦੀ ਭਰੀ ਦੀ ਨੱਪ ਕੇ ਪਲੇਟ, ਚਟਨੀ ਨਾਲ ਖਾ ਕੇ 1.5 ਕਿਲੋ ਪਕੌੜੇ ਤੇ ਅੱਧਾ ਕਿਲੋ ਬਰਫੀ ਗੁਲਾਬ ਜਾਮੁਨ ਦੇ ਉੱਤੋਂ 2 ਕੌਫੀ ਦੇ ਕੱਪ ਤੇ ਫਿਰ ਕੁਰਸੀ ਤੇ ਸਵਾਰ ਕੇ ਝੱਗਾ। ਕਹਿੰਦੇ ਆਹ ਪੱਖਾ ਐਨੂੰ ਕਰ ਦਿਓ। ਤੇ ਘਰ ਵਾਲੇ ਕਹਿੰਦੇ ਵੀ ਅੰਦਰ ਚੱਲ ਜਾ ਕੀਰਤਨ ਕਥਾ ਹੁੰਦਾ। ਕਹਿੰਦੇ ਬਾਬਾ ਇੱਥੇ ਹੀ ਸੁਣਨ ਦਿਆ ਬੜਾ ਮਜ਼ਾ ਹੈ। ਸਾਡੀ ਹਾਲਾਤ ਨੇ
ਤੇ ਜਿਹੜਾ ਰਸੀਆ ਹੋਊਗਾ ਉਹ ਕਹੂਗਾ ਭੈਣ ਜੀ ਵੀਰ ਜੀ ਚਾਹ ਪਾਣੀ ਬਾਅਦ ਚ ਇੱਥੇ ਰਹਿਣਾ ਵਾ, ਕਥਾ ਲੰਘ ਜਾਣੀ। ਉਹ ਇਹ ਸ਼ਬਦ ਕਹੂਗਾ ਤੇ ਮਹਾਰਾਜ ਦੇ ਬਚਨ ਜਾ ਕੇ ਦੱਸੇ, ਕਹਿੰਦੇ ਵੀ ਉਹ ਭੁੱਖਾ ਨਹੀਂ, ਉਹ ਕੋਈ ਰੱਜਿਆ ਹੋਇਆ ਆਇਆ ਹੈ। ਭੂਪਤ ਭਾਖਤ ਸੁੰਦਰ ਨਾਰੀ, ਲੈ ਜਾਵੋ ਤੇ ਸੰਤ ਅਗਾਰੀ। ਕਹਿੰਦੇ ਰਾਜਾ ਖੁਸ਼ ਹੋਇਆ ਤੇ ਫਿਰ ਜਿਹੜੇ ਉਹ ਗਲਤ ਬਾਬੇ ਸੀ ਨਾ, ਉਹਨਾਂ ਨੇ ਅੰਦਰ ਜ਼ਖਮ ਕੀਤੇ ਆ। ਉਹ ਜ਼ਖਮ ਜਿਹੜੇ ਅਜੇ ਉਹਨਾਂ ਨੂੰ ਟਾਈਮ ਲੱਗ ਜਾਣਾ ਏ। ਖੁਸ਼ ਹੋਣ ਤੋਂ ਬਾਅਦ ਕਹਿੰਦੇ ਮੰਤਰੀ ਨੂੰ ਕਹਿੰਦਾ ਵੀ ਇੱਕ ਪਰਖ ਹੋਰ ਕਰੋ। ਭੋਜਨ ਤੇ ਨਾ ਨਹੀਂ ਛਕਿਆ, ਹੁਣ ਬੀਬੀਆਂ ਲਿਜਾਓ ਸੋਹਣੀਆਂ ਸੋਹਣੀਆਂ। ਜਿੱਥੇ ਆ ਕੇ ਸਾਰਿਆਂ ਦੀ ਬ੍ਰੇਕ ਲੱਗਦੀ, ਮਾਫ ਕਰਿਓ। ਆਹ ਚੀਜ਼ ਚੋਂ ਨਿਕਲਣਾ ਬੜਾ ਔਖਾ। ਜਿੰਨੇ ਡੇਰੇ ਹੁਣ ਕੋਈ ਜੁੜਿਆ ਹੋਵੇ, ਮਾਫੀ ਮੰਗਦਾ ਮੈਂ, ਜਿੰਨੇ ਡੇਰੇ ਆ ਕੋਈ ਵਿਰਲਾ ਵਿਰਲਾ ਸੰਤ ਸਾਧੂ ਹੈ ਜਿਹੜਾ ਕਹੂਗਾ ਵੀ ਪਿਛਾਂ ਰਹੋ 2 ਫੁੱਟ। ਨਹੀਂ ਤੇ ਮੇਰੇ ਕੋਲ ਵੀਡੀਓ ਪਈਆਂ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਚਲੋ ਕੋਈ ਜੁੜਿਆ ਹੁੰਦਾ, ਉਹ ਇੱਕ ਨਾ ਬਾਬਾ ਬੈਠਾ ਇਹਦਾ ਕੁਰਸੀ ਤੇ, ਉਹ ਜਿਹੜੀ ਤੇ ਮਾਫੀ ਦੇ ਦਿਓ, ਜਿਹੜੀ ਤੇ ਬਜ਼ੁਰਗ ਬੀਬੀ ਆਵੇ ਨਾ ਉਹਨੂੰ ਦੂਰੋਂ ਕਹਿ ਦੇ ਭਲਾ ਹੋਵੇ, ਸ਼ਾਬਾਸ਼, ਮਾਫੀ ਦਿਓ ਮੇਰੀਆਂ ਭੈਣਾਂ ਵੀਰ ਬੈਠੇ, ਆਹ ਹਾਲਾਤ ਹੈ ਡੇਰਿਆਂ 'ਚ। ਤੇ ਜਿਹੜੀ ਸੁਨੱਖੀ ਆਵੇ, ਭਾਵ ਜੀ ਦੇ ਗਹਿਣਾ ਗੱਟਾ ਪਤਾ ਵੀ ਚੰਗੀ ਪਾਲਟੀ ਚੰਗੇ ਘਰੋਂ ਹੈ, ਤੇ ਉਹਨੂੰ ਐਂ ਲਾਗੇ ਲਾ ਕੇ ਤੇ ਸਿਰ ਤੇ ਹੱਥ ਫੇਰ ਕੇ ਤੇ ਸ਼ਾਬਾਸ਼ੀ ਦੇਵੇ। ਥੱਲੇ ਕਿਸੇ ਨੇ ਲਿਖਿਆ ਵੀ ਆ ਜਿਹੜੇ ਦੂਜੇ ਇਹਨਾਂ ਨੂੰ ਖੁਰਕ ਪਈ ਆ ਹੈ ਵੀ ਜਿੰਨੇ ਤੇ ਰੱਖਤਾ 5000 ਦੀ ਦੱਥੀ, ਉਹਦੇ ਮੋਢੇ ਤੇ ਸ਼ਾਬਾਸ਼ੀ, ਜਿਹਨੇ 10 ਰੁਪਏ ਕਿਤੇ ਚੱਲ ਬਾਹਰ। ਸੰਤ ਨਹੀਂ ਠੱਗ ਹੈ। ਉਹਨੇ ਹੁਣ ਦੂਜੀ ਪਰਖ ਕੀਤੀ। ਇਹ ਕਥਾ ਕਿਉਂ ਬਣਾਈ ਮਹਾਰਾਜ ਨੇ? ਮਹਾਰਾਜ ਕਹਿੰਦੇ ਇੱਥੋਂ ਪਰਖ ਕਰ ਲਿਓ, ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰੇ ਨਾ ਉਹ ਮੇਰਾ ਹੈ, ਤੇ ਜਿਹੜਾ ਫਰਕ ਪਾ ਕੇ ਕਰੇ ਉਹ ਮੇਰਾ ਨਹੀਂ ਹੈ। ਅਸੀਂ ਵੀ ਇਹ ਗਲਤੀ ਕਰ ਜਾਂਦੇ, ਪੁੱਛੋ ਕਿਉਂ? ਕਿ ਜਿਹੜਾ 500 ਰੁਪਈਆ ਅਰਦਾਸ ਦਾ ਦਵੇ, ਉਹਦੀ ਅਰਦਾਸ ਨੂੰ ਅਸੀਂ ਲਾਈ ਦੇ 12 ਮਿੰਟ। ਮੇਰੇ ਨਾਲ ਹੀ ਬੈਠਾ, ਮੇਰੇ ਨਾਲ ਦਾ ਦੋਵੇਂ ਹੋਈ ਦਾ, ਉਹ ਚੰਗੀ ਰੀਝ ਨਾ ਕਰਨ। ਹਾਸੇ ਦੀ ਗੱਲ, ਹੱਸ ਲਓ ਥੋੜਾ ਜਿਹਾ। ਇੱਦਾਂ ਅਰਦਾਸਾਂ ਸੀ ਕਿਤੇ 2 ਗ੍ਰੰਥੀ ਨੇ ਕੀਤੀਆਂ ਅਗੜ ਪਿਛੜ। ਲੋਕਾਂ ਦਾ ਧਿਆਨ ਬੜਾ ਇਹੋ ਜਿਹੇ ਕੰਮਾਂ ਨੂੰ। ਉਹ ਪਹਿਲਿਆਂ ਨੇ ਬਾਹਰ 500 ਰੁਪਈਆ ਪਿਆਰ ਦਿੱਤਾ, ਦੇਣਾ ਵੀ ਚਾਹੀਦਾ। 25 ਲੱਖ ਦੀ ਗੱਡੀ ਲਈ ਤੇ 500 ਬਾਬੇ ਨੂੰ ਜਦੋਂ ਉਹਦੇ ਘਾਟਾ ਪੈ ਲਿਆ, ਉੱਥੇ 25 ਲੱਖ ਦੇ ਤੇ ਇੱਥੇ ਆ ਕੇ ਕਹਿੰਦੇ ਬਾਬਾ ਜੀ ਭਲਾ ਹੋਵੇ। ਜਿੱਦਾਂ ਮਾਨ ਸਿੰਘ ਝੌਰ ਨੇ ਕਥਾ ਕੀਤੀ ਤੇ ਉਹਨਾਂ ਨੇ ਸਰੋਪਾ ਹੀ ਦਿੱਤਾ ਇਕੱਲਾ, ਤੇ ਭਾਈ ਸਾਹਿਬ ਰਕਸ਼ੇ ਤੇ ਚੜ੍ਹ ਕੇ ਟ੍ਰੇਨ ਤੇ ਚੜ੍ਹਦਾ ਸੀ। ਰਕਸ਼ੇ ਵਾਲੇ ਨੂੰ ਕਹਿੰਦੇ ਤੇਰਾ ਧੰਨਵਾਦ। ਉਹ ਕਹਿੰਦਾ ਜੀ ਪੈਸੇ ਉਹਨਾਂ ਨੇ ਆਪਣਾ ਸਰੋਪਾ ਲਾ ਕੇ ਉਹਨੂੰ ਦੇਤਾ। ਉਹ ਕਹਿੰਦਾ ਸਰੋਪਾ ਮੈਂ ਸਿਰ 'ਚ ਮਾਰਨਾ, ਮੈਨੂੰ ਪੈਸੇ ਦੇ। ਉਹ ਕਹਿੰਦਾ ਮੋੜ ਰਕਸ਼ਾ, ਚੱਲ ਗੁਰਦੁਆਰੇ ਪ੍ਰਬੰਧਕ ਕਮੇਟੀ ਕੋ। ਉਹ ਕਹਿੰਦੇ ਗਿਆਨੀ ਜੀ ਕੁਝ ਰਹਿ ਗਿਆ, ਫੇਰ ਆ ਗਏ। ਕਹਿੰਦਾ ਤੁਹਾਡਾ ਧੰਨਵਾਦ, ਤੇ ਸਰੋਪਾ ਸਟੇਸ਼ਨ ਤੱਕ ਨਹੀਂ ਪਹੁੰਚਿਆ ਤੇ ਮੈਂ ਤੇ ਬੜੀ ਦੂਰ ਜਾਣਾ। ਕਹਿੰਦਾ ਸੇਵਾ ਦਿਓ ਸੇਵਾ। ਫਿਰ ਉਹਨਾਂ ਤੋਂ ਸੇਵਾ ਲਈ। ਇਹ ਗੁਰਦੁਆਰੇ ਆ ਕੇ ਗਰੀਬ ਪਤਾ ਨਹੀਂ ਕਿਉਂ ਹੋ ਜਾਈਦਾ ਹੈ। ਉੱਥੇ ਗੱਡੀਆਂ ਸਕੂਟਰੀਆਂ ਕੋਈ ਵੀ ਕੰਮ ਕਰਨਾ ਤੇ ਕਹਿਣਗੇ ਵਧੀਆ ਚੀਜ਼ ਹੈ, ਤੇ ਜਦੋਂ ਇੱਧਰ ਦੀ ਵਾਰੀ ਆਉਂਦੀ ਉਦੋਂ ਕਹਿਣਗੇ ਬਾਬਾ ਜੀ ਟੁੱਟੇ ਹੈ ਨਹੀਂ। ਤੇ ਮੈਂ ਕਿਹਾ ਮੈਂ ਕਿਹੜਾ ਬੱਜੇ ਦੇ ਦਿਓ। ਤੇ ਉੱਥੇ ਕੀ ਗੱਲ ਹੋਈ ਜੀ? ਅਰਦਾਸ ਹੋਈ, 2 ਅਰਦਾਸਾਂ। ਪੈਂਦਾ ਫਰਕ ਮਾਰੇ ਮੇਰੇ ਬਾਪੂ ਤਖਤ ਤੇ ਪ੍ਰਕਾਸ਼ ਹੈ ਜੀ, ਸਤਿਗੁਰੂ ਵੇਖ ਰਹੇ। ਉਹ ਭਾਈ ਸਾਹਿਬ ਨੇ ਪਹਿਲੇ ਪ੍ਰੇਮੀਆਂ ਦੀ ਅਰਦਾਸ ਜਿਉਂ ਲੱਗਾ ਪੰਗਤੀਆਂ ਲਾ ਲਾ ਕੇ, ਆਪਣੇ ਸੇਵਕ ਕੀ ਆਪੇ ਰਾਖੈ, ਸਤਿਗੁਰ ਪਰਮੇਸ਼ਰ ਦਿੱਤਾ ਬੰਨਾ ਦੁੱਖ। ਰੀਝ ਨਾ ਕੀਤੀ। ਪੂਰੇ 7-8 ਮਿੰਟ 'ਚ ਨਾਨਕ ਨਾਮ ਤੱਕ ਆਇਆ। ਜਦੋਂ ਬਾਹਰ ਨਿਕਲਣ ਲੱਗਾ ਤੇ ਮਗਰ ਇੱਕ ਹੋਰ ਸੀ, ਬਾਬਾ ਜੀ ਅਰਦਾਸ ਕਰਾਉਣੀ। ਕਹਿੰਦੇ ਦੱਸੋ। ਉਹਨੇ 50 ਰੁਪਏ ਕੱਢ ਕੇ ਦਿੱਤੇ, ਤੇ ਉਹ ਤੇ ਵਿਚਾਰੇ ਜੇ ਝੱਗਾ ਪਜਾਮਾ ਹੀ ਸਹੀ ਕਰਨ ਦਾ। ਤੇ ਬਾਬਾ ਕਹਿੰਦਾ ਨਾਨਕ ਨਾਮ ਚੜ੍ਹਦੇ। ਉਹ ਕਹਿੰਦੇ ਮੈਨੂੰ, ਕਹਿੰਦੇ ਬਾਬਾ ਜੀ ਅਰਦਾਸਾਂ 2 ਆ। ਮੈਂ ਕਿਹਾ ਨਹੀਂ ਇੱਕੋ ਹੀ ਆ। ਕਹਿੰਦੇ ਨਹੀਂ 2 ਜੀ। ਮੈਂ ਕਿਹਾ 2 ਕਿੱਦਾਂ? ਕਹਿੰਦੇ ਸਾਡੇ ਸਾਹਮਣੇ ਪਹਿਲੇ ਪਰਿਵਾਰ ਦੀ ਅਰਦਾਸ ਨੂੰ 8 ਮਿੰਟ ਲੱਗੇ ਆ, ਤੇ ਸਾਡੇ ਵਾਲੀ ਤਾਂ ਕੁੜਤਾ ਵੀ ਨਹੀਂ ਸਿੱਧਾ ਹੋਣ ਤਾਂ। ਮੈਂ ਕਿਹਾ ਪਹਿਲਿਆਂ ਨੇ ਕੀ ਦਿੱਤਾ ਹੈ? ਕਹਿੰਦੇ ਜੀ ਮੇਰੇ ਖਿਆਲ ਬਾਹਰ ਜੇ ਚਲੇ ਗਏ ਸੀ, ਵਾਵਾ ਹੀ ਮੋਟਾ ਹੀ ਨੋਟ ਸੀ। ਮੈਂ ਕਿਹਾ ਤੁਸੀਂ ਕਿੰਨੇ ਤੇ 50? ਮੈਂ ਕਿਹਾ 1 0 ਘਟਣ ਦੀ ਤੇ ਟਾਈਮ ਨਹੀਂ ਘਟਣਾ ਕੋ ਸਕਦਾ। ਸੱਚ ਹੈ ਨਾ। ਇਸ ਕਰਕੇ ਰਾਜੇ ਸ਼ਿਵਨਾਭ ਨੇ ਆਖਿਆ ਅਜੇ ਨਹੀਂ ਯਕੀਨ ਕਰਨਾ। ਹਜੇ ਡਰਿਆ ਸੀ ਨਾ। ਕਹਿੰਦੇ ਵੀ ਸੱਪ ਦਾ ਡਰਿਆ ਰੱਸੀ ਤੋਂ ਵੀ ਡਰਦਾ ਹੈ। ਉਹਨੇ ਆਪਣੇ ਮੰਤਰੀ ਨੂੰ ਆਖਿਆ ਵੀ ਲੈ ਜਾ ਚੁਣ ਕੇ ਸੋਹਣੀਆਂ ਸੋਹਣੀਆਂ ਬੱਚੀਆਂ
ਵਧੀਆ ਕੱਪੜੇ ਪਾ ਕੇ ਤੇ ਹੁਣ ਇਹ ਪੇਪਰ ਇੱਕ ਹੋਰ ਲਓ। ਇਸ ਪੇਪਰ ਤੇ 100 ਦੇ ਵਿੱਚੋਂ 95% ਤਿਲਕ ਜਾਂਦੇ ਹਨ, ਭਾਵੇਂ ਕੋਈ ਵੀ ਹੋਵੇ। ਇਹ ਪੇਪਰ ਬੜਾ ਔਖਾ ਹੈ ਤੇ ਸਾਰੀਆਂ ਉਹਦੀਆਂ ਹੀ ਰੂਹਾਂ। ਉੱਤੋਂ ਕੋਈ ਕਹੀ ਜਾਵੇ ਮੈਂ ਦੁੱਧ ਧੋਤਾ ਵਾਂ, ਆਪਾਂ ਤਾਂ ਪਾਪੀ ਹਾਂ ਭਾਈ। ਸੰਗਤ ਵਿੱਚ ਕਬੂਲ ਕਰਦੇ ਹਾਂ ਵੀ ਬਹੁਤ ਪਾਪ ਕੀਤੇ ਹੈ, ਬਹੁਤ ਗਲਤੀਆਂ ਕੀਤੀਆਂ ਜ਼ਿੰਦਗੀ 'ਚ। ਸੰਗਤ ਜੀ ਬਖਸ਼ਾ ਲਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਦੱਸ ਦਾਂਗੇ ਨਾ ਚੱਲ ਜਾਣਾ। ਜੇ ਇੱਥੇ ਛਪਾਇਆ ਤੇ ਫਿਰ ਉੱਥੇ ਅੱਗੇ ਤੇ ਉਹਨੇ ਮਹਾਰਾਜ ਨੇ ਆਖਿਆ ਨੰਗਾ ਦੋਜਕ ਚਾਲਿਆ ਤਾਂ ਦਿਸੈ, ਉੱਥੇ ਨੰਗੇ ਹੋ ਜਾਣਾ ਆਪਾਂ ਸਾਰੇ। ਆਹ ਤੇ ਸੜ ਜਾਣੇ ਇੱਥੇ ਹੀ ਸਰੀਰ ਵੀ। ਉੱਥੇ ਬਾਣੀ ਕਹਿੰਦੀ ਅਲਫ ਨੰਗਾ ਖੜੋਣਾ ਆਪਾਂ ਜਦੋਂ ਆਪਣੀ ਡੈਥ ਹੋਣੀ ਨਾ। ਮੈਨੂੰ ਕੀ, ਉਹ ਤਾਂ ਮੈਂ ਕਿਹੜਾ ਜਾ ਕੇ ਆਇਆ, ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਵੀ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ, ਡਰਾਵਣਾ ਕਰ ਅਵਗਣ ਪਛਤਾਵਣਾ। ਉੱਥੇ ਫਿਰ ਰੋਵਾਂਗੇ। ਬਾਪੂ ਨੂੰ ਆਖ ਦਿਓ ਪਹਿਲਾਂ ਹੀ ਮਹਾਰਾਜ ਬਖਸ਼ ਲੈ। ਫਿਰ ਉਹਨਾਂ ਨੇ ਬਚਨ ਕੀਤਾ, ਸੁਨਤ ਸਚਿਵਲੇ ਬੇਸ ਅਸੰਗਾ, ਜਿਨੇ ਬਿਲੋਕੇ ਲੱਜਤ ਅਨੰਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ। ਉੱਥੇ ਬੈਠੇ ਹਨ ਤੇ ਉਸ ਮੰਤਰੀ ਨੇ ਸੁੰਦਰ ਨਾਰੀਆਂ ਬੁਲਾਈਆਂ ਤੇ ਉਹਨਾਂ ਨੂੰ ਸੁੰਦਰ ਕੱਪੜੇ ਪਵਾਏ, ਲਿਜਾਣਾ ਕੀਤਾ। ਆਏ ਸਮੀਪ ਕਰੀ ਨਿਰਤਕਾਰੀ, ਕੈ ਮੰਤਰੀ ਏ ਭੇਟ ਤੁਮਾਰੀ। ਕਹਿੰਦੇ ਉਹ ਫਿਰ ਮਾਇਆ ਦਾ ਛਲ ਸੀ। ਭੇਜੀਆਂ ਬੀਬੀਆਂ ਜਿੱਦਾਂ ਦੂਜੇ ਬਾਬਿਆਂ ਨੂੰ। ਕਈ ਬਾਬੇ ਮੇਰੇ ਨੱਚਦੇ ਹੁੰਦੇ ਨਾ ਨਾਲ ਸੰਗਤਾਂ ਦੇ, ਤੇ ਕਈ ਫਿਰ ਕਹਿੰਦੇ ਨਹੀਂ ਹੁਣ ਧਿਆਨ ਦੇ ਦਿਓ, ਆਪੇ ਤੁਸੀਂ ਸਿਆਣੇ। ਹਾਂ, ਜਿਹਦਾ ਅੰਦਰ ਨੱਚਣ ਦਿਆ ਨਾ ਅੰਦਰ, ਉਹਨੂੰ ਬਾਹਰ ਨੱਚਣ ਦੀ ਲੋੜ ਨਹੀਂ ਹੈ। ਜੇ ਬਾਹਰ ਦਾ ਨਾਚ ਕਰਦੇ ਇਹਦਾ ਮਤਲਬ ਅੰਦਰ ਆਨੰਦ ਨਹੀਂ ਹੈ। ਬਾਹਰੋਂ ਲੱਭਦੇ ਹਾਂ, ਸੱਚਾਈ ਕੌੜੀ ਹੁੰਦੀ ਹੈ, ਗਲਾ ਕੌੜਾ ਵੀ ਹੋ ਜਾਂਦਾ ਹੈ। ਤੋ ਇਸ ਕਰਕੇ ਕਹਿੰਦੇ ਹਨ ਉਹ ਬੀਬੀਆਂ ਨੂੰ ਭੇਜਤਾ। ਮਹਾਰਾਜ ਬਾਗ 'ਚ ਬੈਠੇ, ਉਹਨਾਂ ਦੇ ਕੱਪੜੇ ਵੀ ਘੱਟ ਤੇ ਸੁੰਦਰ ਬਹੁਤ। ਉਹਨਾਂ ਨੇ ਫਿਰ ਥਾਲਾਂ 'ਚ ਫੁੱਲ ਪਾਏ, ਭੇਟਾਂ ਲਈਆਂ, ਕਿਸੇ ਨੇ ਸ਼ਰਾਬ ਰੱਖੀ, ਗੋਸ਼ਤ ਰੱਖਿਆ। ਭਾਈ ਮਰਦਾਨਾ ਤੇ ਅੱਗੇ ਡਰਿਆ ਕਿਉਂਕਿ ਉਹ ਕਾਮਰੂਪ ਦੇਸ਼ ਵਾਲੇ ਲੱਛਣ ਦੇਸ ਪਏ। ਕਹਿੰਦਾ ਬਾਬਾ ਆ ਤਾਂ ਹੋਰ ਬੁਲਾਈਆਂ ਆ ਗਈਆਂ। ਮਾਰੇ ਕਹਿੰਦੇ ਚੁੱਪ ਕਰਕੇ ਰਬਾਬ ਵੱਲ ਧਿਆਨ ਰੱਖਿਆ। ਰਬਾਬ ਤੋਂ ਪਾਸੇ ਨਹੀਂ ਸੁਰਤ ਕਰਨੀ, ਅਸੀਂ ਆਪੇ ਸਾਂਭ ਲਾਂਗੇ। ਕਹਿੰਦੇ ਬਾਬਾ ਉੱਥੇ ਵੀ ਫੁੱਲ ਸੁੱਟੇ ਹੀ, ਬੜਾ ਪਿਆਰ ਕੀਤਾ ਸੀ। ਜਦੋਂ ਕਿਸੇ ਨੂੰ ਫਸਾਉਣਾ ਹੋਵੇ ਪਿੰਜਰੇ ਵਿੱਚ ਤੇ ਚੋਗਾ ਪਾਉਣਾ ਪੈਂਦਾ ਹੈ। ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਕਿਰਪਾ ਕੀਤੀ ਹੈ। ਕਈ ਵਾਰੀ ਨਾ ਮਾਫ ਕਰਿਓ, ਕਈ ਭੈਣਾਂ ਵੀਰ ਕਾਲੇ ਨੇ, ਟੇਢੇ ਮੇਢੇ ਨੇ। ਇਹ ਜਦੋਂ ਮਾਇਆ ਵਰਤਦੀ ਹੈ ਨਾ, ਉਹ ਫਿਰ ਘਰਾਂ 'ਚ ਕਲੇ ਵੀ ਪਾਉਂਦੀ ਹੈ। ਕਈ ਵਾਰੀ ਰਿਸ਼ਤਾ ਹੋ ਜਾਂਦਾ ਬੱਦੋ ਚੱਟੀ, ਪਸੰਦ ਨਹੀਂ ਹੁੰਦੇ, ਜਾਂ ਤੇ ਉਦੋਂ ਹੀ ਕਹਿ ਦੇ ਬੰਦਾ ਵੀ ਭਾਈ ਮੈਂ ਨਹੀਂ ਕਰਾਉਣਾ। ਹੁਣ ਕਈ ਵਾਰੀ ਰਿਸ਼ਤੇਦਾਰੀ ਭੈਣਾਂ ਭਰਾਵਾਂ ਦਾ ਮੂੰਹ ਰੱਖਣ ਨੂੰ ਬੰਦਾ ਪੱਲੇ ਨਾ ਲੱਗ ਜਾਂਦਾ, ਪੱਲੇ ਤੈਂਡੇ, ਪਰ ਸਾਰੀ ਜ਼ਿੰਦਗੀ ਉੱਥੇ ਤੂੰ ਤੜੇਂਗੀ ਰਹਿੰਦੀ ਫਿਰ। ਕਿਉਂਕਿ ਜਦੋਂ ਅੰਦਰ ਨਹੀਂ ਮੰਨਣ ਦਿਆ, ਹੁਣ ਮੰਨ ਲਓ ਇਹ ਮੇਰਾ ਜੀਵਨ ਸਾਥੀ ਹੈ, ਪਰ ਪੱਕਾ ਨਹੀਂ 2 ਮਿੰਟ ਵਾਸਤੇ। ਭਲਾ ਇਹਦੀ ਘਰ ਵਾਲੀ ਆ ਜੇ ਕਥਾ ਸੁਣ ਕੇ, ਬਾਬਾ ਤੈਨੂੰ ਮੈਂ ਥਾਪੀ ਫੇਰਦੀ ਹੈ। ਇਹ ਜੀਵਨ ਸਾਥੀ ਹੈ, ਮੇਰਾ ਸਾਥੀ ਹੈ। ਚਲੋ ਜੀਵਨ ਦਾ ਨਹੀਂ, ਪੋਥੀ ਦਾ ਤੇ ਆਈ ਹੈ। ਤੇ ਜਦੋਂ ਮੇਰਾ ਅੰਦਰ ਹੀ ਨਹੀਂ ਇਹਦੇ ਨਾਲ ਸਹਿਮਤ, ਮੈਂ ਅੰਦਰੋਂ ਇਹਦੇ ਨਾਲ ਚੁਭਦਾ ਵਾਂ, ਤੇ ਪੋਥੀ ਤੇ ਆਨੰਦ ਨਹੀਂ ਆਊਗਾ। ਇਹ ਮੇਰੇ ਨਾਲ ਚੁਭਦਾ ਹੈ। ਜਦੋਂ ਬੰਦਾ ਲਾਗੇ ਬੈਠਾ ਉਹਦਾ ਅੰਦਰ ਹੀ ਨਹੀਂ ਆਪਣੇ ਨਾਲ ਮੈਚ ਕਰ ਰਿਹਾ, ਉੱਥੇ ਕਿਰਪਾ ਨਹੀਂ ਵਰਤਣੀ। ਇਹ ਬਹੁਤਿਆਂ ਪਰਿਵਾਰਾਂ 'ਚ ਇਹ ਚੀਜ਼ ਕਲੇ ਦਾ ਕਾਰਨ ਹੈ ਵੀ ਬੱਧਾ ਚੱਟੀ ਨੇ ਜੱਕੇ ਤੇ ਚੜ੍ਹਾ ਦਿੱਤਾ ਹੈ, ਪਰ ਇੱਕ ਐ ਨੂੰ ਜਾਂਦਾ ਬਲਦ, ਇੱਕ ਐ ਨੂੰ ਜਾਂਦਾ, ਤੇ ਗੱਡੀ ਤੇ ਫਿਰ ਪਲਟਣੀ ਹੈ, ਲੀ ਪਾੜੇਗੀ। ਤੋ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਰਬਾਬ 'ਚ ਧਿਆਨ ਰੱਖ। ਉਹ ਬੱਚੀਆਂ ਨੇ ਆ ਕੇ ਤੇ ਫਿਰ ਸ਼ੁਰੂ ਕੀਤਾ ਆਪਣਾ ਮਾਇਆ ਦਾ ਦੌਰ, ਜਿੱਦਾਂ ਪਹਿਲਾਂ ਕਰਦੀਆਂ ਸਨ। ਪਠੀ ਭੂਪ ਹਿਰਦਾ ਹੁਲ ਸਾਵਨ, ਸੁਣ ਬੋਲੇ ਜਿਨ ਕੀਰਤ ਪਾਵਨ। ਔਰ ਕਹਿੰਦੇ ਹਨ ਜਦੋਂ ਉਹਨਾਂ ਨੇ ਉਹ ਭੇਟਾਂ ਰੱਖੀਆਂ ਤੇ ਖੁਸ਼ ਕਰਨ ਵਾਸਤੇ ਕੁਝ ਬੋਲੀਆਂ ਪਾਈਆਂ, ਕੁਝ ਗੀਤ ਗਾਉਣਾ ਕੀਤੇ। ਦੁਰਗੰਧ ਕੋ ਬਾਸਨ ਹੈ ਦੇਹੀ, ਇਨਹ ਸਪਰਸ਼ ਹਵੈ ਜੋ ਸਨੇਹੀ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕਿੰਨੀਆਂ ਸੋਹਣੀਆਂ ਨੇ। ਪਾਤਸ਼ਾਹ ਕਹਿੰਦੇ ਤੂੰ ਬਾਹਰੋਂ ਵੇਖਣਾ ਹੈ, ਅੰਦਰੋਂ ਵੇਖ।
ਕਹਿੰਦੇ ਮਹਾਰਾਜ ਅੰਦਰ ਦੀ ਵੇਖਣ ਵਾਲੀ ਐਨਕ ਤੇਰੇ ਕੋਲ ਹੈ। ਸਾਨੂੰ ਤੇ ਬਾਹਰੋਂ ਹੀ ਦੁਨੀਆ ਦੀਦੀ ਹੈ ਤੇ ਬਾਹਰ ਨਾਲ ਹੀ ਕੰਮ ਚੱਲਦਾ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਵੇਸਵਾ ਹੈ ਨਾ, ਵੇਸਵਾ ਉਹਦੇ ਸਰੀਰ ਨੂੰ ਹੱਥ ਲਾਉਂਦਾ ਹੈ ਨਾ ਜਿਹੜਾ ਜੀਵ, ਉਹਨੂੰ ਮਾਤ ਲੋਕ ਦੇ ਵਿੱਚ ਇੱਕ ਜਨਮ ਭ੍ਰਿਸ਼ਟ ਹੋਣਾ ਪੈਂਦਾ। ਵਾਹਿਗੁਰੂ ਐਸੇ ਬਚਨ ਕੀਤੇ ਹਨ। ਇਹ ਥਾਂ ਜਨਮ ਭ੍ਰਿਸ਼ਟ ਤਿਨ ਕੇਰਾ, ਮੂਏ ਨਰਕ ਮੈਂ ਜਮ ਨ ਗੇਰਾ। ਔਰ ਇੱਕ ਅੰਮ੍ਰਿਤ ਰਸ ਵਿੱਚ ਸਾਖੀ ਵੀ ਆਉਂਦੀ ਹੈ। ਕਹਿੰਦੇ ਇੱਕ ਬੀਬੀ ਸੀ, ਉਹਨੇ 21 ਵਿਆਹ ਕਰਾਏ। 21 ਜਦੋਂ ਵਿਆਹ ਕਰਾਵੇ ਤੇ ਪਤੀ ਮਰ ਜਾ ਕਰੇ। ਇਹ ਸੁਣੀ ਵੀ ਤੁਸੀਂ ਪੁਰਾਣੇ ਸਮੇਂ 'ਚ। ਇੱਕ ਦਿਨ ਰੋਂਦੀ ਰੋਂਦੀ ਨਾ ਘਰ ਛੱਡ ਕੇ ਤੁਰ। ਜੰਗਲ ਦੇ ਵਿੱਚ ਸਾਧੂ ਬੈਠੇ ਸਨ। ਕਹਿੰਦੇ ਪੁੱਤਰ ਕਿੱਧਰ ਜਾ ਰਹੀ ਅੱਧੀ ਰਾਤ? ਕਹਿੰਦੀ ਮਰਨ ਵਾਸਤੇ। ਕਹਿੰਦੇ ਬੇਟਾ ਕੀ ਹੋਇਆ? ਕਹਿੰਦੀ ਮੈਂ ਇੰਨੇ ਮਾੜੇ ਕਰਮ ਕੀਤੇ, ਜਿਹਦੇ ਨਾਲ ਵਿਆਹ ਕਰਾਉਣੀ ਉਹੋ ਹੀ ਮਰ ਜਾਂਦਾ, ਜਿਹਦੇ ਨਾਲ ਵਿਆਹ ਕਰਾਉਣੀ ਉਹੋ ਹੀ। ਲੋਕੀ ਮੈਨੂੰ ਡੈਣ ਕਹਿੰਦੇ ਆ, ਮੈਨੂੰ ਮਾੜੇ ਚੰਗੇ ਸ਼ਬਦ ਵਰਤਦੇ। ਬਾਬਾ ਜੀ ਮੈਂ ਨਹੀਂ ਜੀਣਾ, ਇਹ ਕਾਰਨ ਕੀ ਹੈ? ਤੇ ਮਹਾਂਪੁਰਖ ਸੁਖਮਨੀ ਸਾਹਿਬ 'ਚ ਗੁਰੂ ਅਰਜਨ ਸਾਹਿਬ ਕਹਿੰਦੇ ਸਾਧ ਕੀ ਮਹਿਮਾ ਭੇਦ ਨਾ ਜਾਣੈ, ਜੇਤਾ ਸੁਣੈ ਸਾਧ ਕੀ ਉਪਮਾ ਤੇ ਗੁਣ ਤੇ। ਤਿੰਨਾਂ ਗੁਣਾਂ ਤੋਂ ਉੱਤੇ ਮਹਾਂਪੁਰਖਾਂ ਨੇ ਅੱਖਾਂ ਬੰਦ ਕੀਤੀਆਂ ਤੇ ਕਹਿੰਦੇ ਪੁੱਤ ਤੇਰਾ ਪਿਛਲਾ ਅੱਗੇ ਆ ਗਿਆ। ਕਈ ਵਾਰ ਬੱਚੇ ਵੇਖੋ ਕਿੰਨੇ ਸੋਹਣੇ ਹੁੰਦੇ ਨੇ, ਕਚਹਿਰੀ 'ਚ ਤਲਾਕ ਲਈ ਉਹ ਲੜਦੇ ਤਰੀਕ ਤੇ ਵੇਖਣ ਵਾਲੇ ਲੋਕੀ ਕਹਿੰਦੇ ਹਾਏ ਰੱਬਾ ਕਿੰਨੇ ਸੋਹਣੇ, ਇਹ ਕਿੱਥੇ? ਉਹ ਖੇਡ ਵਰਤਦੀ ਬੰਦੇ ਨਾਲ, ਜੇਲਾਂ ਕੱਟਣੀਆਂ ਪੈ ਜਾਂਦੀਆਂ। ਉਹ ਕਹਿੰਦੇ ਵੀ ਇਹ ਕੀ ਚੱਕਰ ਹੋਇਆ? ਮਹਾਂਪੁਰਖ ਕਹਿੰਦੇ ਪੁੱਤ ਤੂੰ ਪਿਛਲੇ ਜਨਮ 'ਚ ਕੋਠੇ ਤੇ ਵੇਸਵਾ ਸੀ, ਕੋਠੇ ਤੇ ਤੂੰ ਪੁੱਠੇ ਸਿੱਧੇ ਕੰਮ ਕਰਦੀ ਸੀ। ਤੇ ਜਿਹੜੇ ਆਪਣੇ ਘਰਾਂ ਦੇ ਵਿੱਚ ਪਤੀ ਵਰਤਾ ਇਸਤਰੀਆਂ ਸੀ ਨਾ ਜਿਹੜੀਆਂ, ਉਹਨਾਂ ਦੇ ਘਰ ਤਬਾਹ ਕੀਤੇ। ਉਹ ਜਿਹੜਾ ਪਿਆਰ, ਇਹਨੂੰ ਰੌਂਗ ਨਾ ਸਮਝਿਓ, ਰੱਬ ਦਾ ਵਾਸਤਾ, ਮੇਰੀ ਮਜਬੂਰੀ ਹੈ, ਸੱਚਾਈ ਕੌੜੀ ਹੈ ਕਿ ਜਿਹੜਾ ਪਿਆਰ ਘਰ 'ਚ ਦੇਣਾ ਨਾ, ਘਰ 'ਚ ਉਹ ਪਿਆਰ ਫਿਰ ਬਾਹਰ ਵੰਡਿਆ ਜਾਂਦਾ। ਗੁਸਤਾਖੀ, ਇਹ ਗੱਲ ਸੱਚੀ ਹੈ। ਉਹਨੇ ਕਿਹਾ ਵੀ ਤੂੰ 21 ਬੰਦੇ ਜਿਹੜੇ 21 ਘਰਾਂ ਦੇ ਵਿੱਚ ਤੂੰ ਬੇੜਾ ਗਰਕ ਕੀਤਾ। ਜਿਹੜਾ ਉਹਨਾਂ ਵਿਚਾਰੀਆਂ ਸਾਰਾ ਦਿਨ ਲੀੜੇ ਧੋਂਦੀਆਂ ਰਹਿੰਦੀਆਂ, ਪਰਸ ਕਰਦੀਆਂ ਰਹਿੰਦੀਆਂ, ਰੋਟੀਆਂ ਲਾਉਂਦੀਆਂ ਰਹਿੰਦੀਆਂ, ਝਾੜੂ ਗੋਹਾ ਕੂੜਾ, ਤੇ ਸ਼ਾਮਾਂ ਨੂੰ ਉਹ ਕਹਿੰਦੀਆਂ ਪਤੀ ਜੀ ਆਉਣ, ਤੇ ਪਤੀ ਜੀ ਕਹਿੰਦੇ ਉੱਥੇ ਚਲੇ ਜਾਂਦੇ ਆ। ਤੇ ਕਹਿੰਦੇ ਉਹਨਾਂ ਦਾ ਹੱਥ ਤੂੰ ਖੋਇਆ, ਉਹਨਾਂ ਦਾ ਪਿਆਰ ਤੂੰ ਖੋਇਆ, ਇਸ ਕਰਕੇ ਤੈਨੂੰ ਰੱਬ ਨੇ ਸਜ਼ਾ ਦਿੱਤੀ। ਤੂੰ 21 ਘਰ ਬਰਬਾਦ ਕੀਤੇ, ਹੁਣ 21 ਵਾਰ ਤੇਰਾ ਘਰ ਬਰਬਾਦ। ਇਹ ਕਥਾ ਹੈ ਜੈਸਾ ਬੀਜੈ ਸੋ ਲੁਣੈ। ਤਾਈਓ ਤੇ ਆਪਾਂ ਕਹੀਦਾ ਵੀ ਉਦੋਂ ਗੁਰਦੁਆਰੇ ਜਾਣਾ ਜਦੋਂ ਕੀਰਤਨ ਹੋਵੇ। ਕਹਿੰਦੇ ਇਹ ਗੱਲ ਕਹਿੰਦੇ ਉਹ ਬਾਬਾ ਜੀ ਗਾਉਂਦੇ ਰਹਿੰਦੇ ਕਥਾ 'ਚ, ਫਿਰ ਬਾਬਾ ਜਦੋਂ ਸੁਣਾਉਂਦਾ ਬਾਅਦ 'ਚ ਚੇਤਾ ਆਉਂਦਾ ਤੇ ਡਰ ਲੱਗਦਾ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਮਰਦਾਨੇ ਨੂੰ ਸਮਝਾਇਆ, ਕਹਿੰਦੇ ਮਰਦਾਨਿਆਂ ਇਹ ਚੀਜ਼ਾਂ ਪਿਆਰੀਆਂ ਬਹੁਤ ਲੱਗਦੀਆਂ ਪਰ ਰਿਜ਼ਲਟ ਮਾੜਾ ਆਉਂਦਾ ਹੈ। ਸੁਨ ਮੰਤਰੀ ਬੰਧਨ ਗਇਓ, ਨ੍ਰਿਪ ਕੋ ਸਭ ਵਿਦ ਪਾਖਤ ਪਇਓ। ਔਰ ਕਹਿੰਦੇ ਹਨ ਇਹ ਜਦੋਂ ਬਚਨ ਸੁਣੇ ਨਾ ਮੰਤਰੀ ਨੇ, ਤੇ ਬਾਬੇ ਨਾਨਕ ਨੇ ਕੋਈ ਪਦਾਰਥ ਨਹੀਂ ਚੁੱਕਿਆ ਤੇ ਕੋਈ ਵੀ ਜਲ ਪਾਣੀ ਨਹੀਂ ਛਕਿਆ। ਤੇ ਪਤਾ ਕੀ ਆਖਿਆ? ਕਹਿੰਦੇ ਧੀਓ ਸਿਰ ਢੱਕੋ ਪੁੱਤ ਏ। ਬਾਪੂ ਦੇ ਸਾਹਮਣੇ ਧੀਆਂ ਨੱਚਦੀਆਂ ਨਹੀਂ ਹੁੰਦੀਆਂ। ਜਦੋਂ ਗੁਰੂ ਨਾਨਕ ਨੇ ਧੀਆਂ ਕਿਹਾ, ਉਹ ਕਾਮਰੂਪ ਦੇਸ਼ ਵਾਂਗੂ ਜਿੰਨੀਆਂ ਬੱਚੀਆਂ ਸੀ, ਕਿਉਂਕਿ ਉਹ ਮਜਬੂਰ ਸੀ। ਆ ਪਿੱਛੇ ਜੇ 2 ਸਾਲ ਹੋਏ, ਇੱਕ ਡਾਂਸਰ ਦੇ ਨਾ ਗੋਲੀ ਵੱਜੀ ਸੀ, ਤੇ ਉਹਦੇ ਨਾ ਛੋਟਾ ਜਿਹਾ ਬੱਚਾ ਸੀ ਪੇਟ 'ਚ, ਉਹ ਮਰ ਗਈ ਕੁੜੀ। ਬਾਅਦ 'ਚੋਂ ਖਬਰ ਆਉਂਦੀ ਰਹੀ ਕਿ ਉਹ ਬੜੇ ਗਰੀਬ ਘਰੋਂ ਸੀ, ਉਹਦਾ ਕੋਈ ਸਹਾਰਾ ਨਹੀਂ ਸੀ, ਤੇ ਮਾਂ ਪਿਓ ਬੁੱਢਾ ਸੀ, ਤੇ 2 ਭੈਣਾਂ ਉਹਦੀਆਂ ਹੋਰ ਜਵਾਨ ਸੀ। ਤੇ ਉਹ ਘਰ ਚਲਾਉਣ ਬਦਲੇ, ਵੇਖੋ ਜੀ ਮੈਂ ਵੀ ਗ੍ਰਸਤੀ, ਤੁਸੀਂ ਜਦੋਂ ਰੱਬ ਸੁਣਦਾ ਨਾ ਕਿਸੇ ਦੀ ਅਰਦਾਸ ਬੱਚੇ ਦੀ, ਤੇ ਡਾਕਟਰ ਆਮ ਹੀ ਕਹਿੰਦੇ ਆ ਵੀ 2-3 ਮਹੀਨੇ ਤੁਸੀਂ ਨਾ ਟਿਕ ਕੇ ਬੈਠਣਾ ਹੈ, ਤੁਹਾਨੂੰ ਰੱਬ ਨੇ ਮਿਹਰ ਕੀਤੀ। ਤੇ ਕਿੱਡੀ ਮਜਬੂਰੀ ਉਸ ਧੀ ਦੀ ਜਿਹਦੇ ਪੇਟ 'ਚ 2 ਮਹੀਨੇ ਦਾ ਬੱਚਾ, ਤੇ ਤੁਸੀਂ ਵਿਆਹ ਤੇ ਉਹਨੂੰ ਨਚਾਉਂਦੇ ਆ। ਤੁਹਾਡੀਆਂ ਕੁਲਾਂ ਨਾ ਨਾਸ ਹੋ ਜਾਣਗੀਆਂ ਹੈ। ਤੁਸੀਂ ਉਹਨੂੰ ਨਚਾ ਕੇ ਉਹ ਤੋਂ ਪੈਸੇ ਸੁੱਟਣ ਦੇ ਆ, ਤੁਸੀਂ ਉਹਦੀਆਂ ਵੀਡੀਓ ਬਣਾਉਂਦੇ। ਮੇਰੀ ਭੈਣ ਦੀ ਵੀਡੀਓ ਬਣਾਵੇਂ, ਜਰੋਗੇ?
ਕੋਈ ਆਪਣੀ ਧੀ ਭੈਣ ਨੂੰ ਉਹ ਇਹ ਕਹੇ ਤੁਸੀਂ ਜਰੋਗੇ? ਪਰ ਜਦੋਂ 80 ਸਾਲ ਦਾ ਬਾਪੂ ਵੀ ਦੱਥੀ ਲੈ ਕੇ ਤੇ ਨਾਲ ਨੱਚਦਾ, ਫਿਰ ਮਾਰੇ ਕਹਿੰਦੇ ਕੋਈ ਨਹੀਂ, ਜਦੋਂ ਮੇਰੇ ਕੋਲ ਆਇਆ ਤੈਨੂੰ ਮੈਂ ਫਿਰ ਪੁੱਠਾ ਨਾ ਟੰਗਿਆ ਤੇ ਫੇਰ ਆਖਿਆ ਨੱਚ ਲੈ ਕਰਾਂ। ਇਹ ਸੱਚਾਈ ਹੈ ਬਾਣੀ ਦੀ, ਕੌੜੀ ਨਾ ਸਮਝਿਓ। ਗੁਰਦੁਆਰੇ ਰੁਪਈਆ ਮੱਥਾ ਟੇਕਦਾ ਤੇ ਉੱਥੇ ਦੱਥੀਆਂ, ਉਦੋਂ ਤੇਰੇ ਕੋਲ ਕਿੱਥੋਂ ਆ ਜਾਂਦੇ ਐ? ਮਾਰੇ ਨੇ ਆਖਿਆ ਪੁੱਤ ਸਿਰ ਢੱਕੋ। ਸਾਡੀ ਜਿਹੜੀ ਕੌਮ ਆ ਨਾ, ਸਿੱਖ ਕੌਮ, ਗੁਸਤਾਖੀ ਮਾਰ, ਸਾਨੂੰ ਮਹਾਰਾਜ ਨੇ ਬਹੁਤ ਸਖਤੀ ਨਾਲ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਨੇ ਆ ਗਾਉਣ ਵਾਲੀ ਤੋਂ ਦੂਰ ਕੀਤਾ ਵਾ। ਪਰ ਜਿੰਨਾ ਬੇੜਾ ਗਰਕ ਸਿੱਖਾਂ ਦਾ ਹੋਇਆ ਕਿਸੇ ਦਾ ਵੀ ਨਹੀਂ। ਅਗਿਆਨੀ ਪਿੰਦਰਪਾਲ ਜੀ ਹੋਣਾ ਨੇ ਇੱਕ ਡਿਟੇਲ ਬਣਾਈ ਸੀ ਵੀ ਹਰ ਸਿਆਲ ਦੇ ਵਿੱਚ ਅੱਸੂ, ਕੱਤੇ, ਮੱਘਰ, ਪੋ, ਇਹ ਵਿਆਹਾਂ ਦੇ ਮਹੀਨੇ ਆ ਸਿਆਲ ਦੇ, ਤੇ ਹਰ ਵਿੱਚ ਇੱਕ ਪਿੰਡ ਜਿਹੜਾ ਨਾ 50-55 ਲੱਖ ਰੁਪਈਆ ਗਾਉਣ ਵਾਲੀਆਂ ਨੂੰ ਦਿੰਦਾ। ਹਰ ਸਿਆਲ ਦੇ ਵਿੱਚ ਇੱਕ ਪਿੰਡ ਦੀ ਡਿਟੇਲ ਲਈ ਆ ਵੀ ਇੱਕ ਪਿੰਡ 'ਚ 35 ਜਾਂ 20 ਵਿਆਹ ਹੋ ਜਾਂਦੇ ਆ, ਤੇ ਇੱਕ ਵਿਆਹ 7 ਲੱਖ ਨੂੰ ਹੱਥ ਫੇਰ ਹੀ ਦਿੰਦਾ, ਤੇ 20 ਨੂੰ 7 ਨਾਲ ਗੁਣਾ ਕਰਕੇ ਵੇਖਿਓ 55 ਲੱਖ ਰੁਪਈਆ ਇੱਕ ਪਿੰਡ ਗਾਉਣ ਵਾਲੀ ਨੂੰ ਦਿੰਦਾ ਹੈ। ਤੇ ਗੁਰਦੁਆਰੇ ਮਹੀਨੇ ਦੇ ਵਿੱਚ ਜੇ 10 ਰੁਪਈਏ ਰੋਜ਼ ਟੇਕੀਏ ਤੇ 300 ਰੁਪਈਆ ਬਣਦਾ, ਤੇ ਬਾਹਰੋਂ ਤੀਆ 3600 ਰੁਪਈਆ ਸਾਲ ਦਾ ਬਣਦਾ ਜੇ ਗੁਰੂ ਨੂੰ 10 ਰੁਪਈਏ ਟੇਕੀ ਸਾਲ ਦਾ। ਇੱਥੇ ਇੱਕ ਟੈਸਟ ਕਰਾ ਲਾ, ਇੱਥੋਂ ਲੀਵਰ ਦਾ ਤੇ ਬੱਖੀ ਦਾ, ਗੋਡਿਆਂ ਦਾ, ਤੇ 4550 ਬਣਾ ਦਿੰਦੇ ਅਗਲੇ। ਮਾਫ ਕਰ ਦਿਓ। ਤੋ ਉਸ ਵੇਲੇ ਕਹਿੰਦੇ ਉਹ ਬੱਚੀਆਂ ਨੂੰ ਮਾਰੇ, ਕਹਿੰਦੇ ਪੁੱਤ ਸਿਰ ਢੱਕੋ। ਜਦੋਂ ਪੁੱਤ ਕਿਹਾ ਤੇ ਉਹ ਤੇ ਬਾਬੇ ਨਾਨਕ ਦੇ ਕਦਮਾਂ 'ਚ ਟਹਿ ਗਿਆ। ਮਹਾਰਾਜ ਨੂੰ ਆਖਿਆ ਸਤਿਗੁਰੂ ਪਹਿਲਾਂ ਆਇਆ ਜਿਹਨੇ ਸਾਨੂੰ ਧੀਆਂ ਕਿਹਾ, ਨਹੀਂ ਤੇ ਲੋਕੀ ਸਾਨੂੰ ਨਚਾਉਂਦੇ ਆ, ਸਾਡੇ ਤੋਂ ਪੈਸੇ ਸੁੱਟਦੇ ਆ, ਸਾਡੇ ਜਿਸਮ ਨੂੰ ਧੱਕੇ ਦਿੰਦੇ। ਬਾਬਾ ਅੱਜ ਤੂੰ ਪੁੱਤ ਕਿਹਾ ਏ, ਸੱਚ ਜਾਣਿਓ ਹਰ ਬੰਦੇ ਦੀ ਕਮਜ਼ੋਰੀ ਪਰ ਪਿਆਰ ਦਾ ਭੁੱਖਾ। ਕਿਹਦਾ ਜੀ ਕਰਦਾ ਤੁਹਾਡੇ ਟੁਕੜਿਆਂ ਤੇ ਨੱਚੇ? ਕਿਹਦਾ ਨਹੀਂ ਜੀ ਕਰਦਾ ਮੈਂ ਚੰਗੇ ਘਰ ਵਿਆਹੀ ਜਾਵਾਂ? ਮੈਂ ਇਹ ਮਜਬੂਰੀਆਂ ਨਚਾਉਂਦੀਆਂ ਬੰਦੇ ਨੂੰ, ਤੇ ਜਿਹੜਾ ਫਿਰ ਮਜਬੂਰੀ ਦਾ ਫਾਇਦਾ ਚੁੱਕਦਾ, ਮਹਾਰਾਜ ਕਹਿੰਦੇ ਉਹਨੂੰ ਸਜ਼ਾ ਵੀ ਮਿਲਦੀ ਹੈ। ਸਜ਼ਾ ਮਿਲਦੀ ਹੈ। ਜਦੋਂ ਇਹ ਸਾਰੀ ਵਾਰਤਾ ਸੰਤਰੀ ਨੇ ਵੇਖੀ ਤੇ ਉਹ ਤੇ ਰੋਣ ਲੱਗ ਪਿਆ। ਉਹ ਤੇ ਦੌੜ ਗਿਆ ਫਿਰ ਰਾਜੇ ਦੇ ਕੋਲ। ਅੱਜ ਬੋਲਿਆ ਨਹੀਂ ਜਾਂਦਾ। ਅੱਗੇ ਉਹਨੇ ਦੱਸਤਾ ਸੀ ਜਦੋਂ ਪ੍ਰਸ਼ਾਦਾ ਲਿਆਇਆ ਸੀ ਜਾਂ ਦੂਜੀ ਵਾਰੀ ਆਇਆ, ਪਰ ਹੁਣ ਤੀਜੀ ਵਾਰੀ ਜਦੋਂ ਗਿਆ, ਕਵੀ ਰਾਜ ਜੀ ਕਹਿੰਦੇ ਰੋਈ ਜਾਂਦਾ ਹੈ ਪਰਸਰਾਮ ਤੇ ਬੋਲਿਆ ਨਹੀਂ ਜਾਂਦਾ। ਰਾਜਾ ਸ਼ਿਵਨਾਭ ਕਹਿੰਦਾ ਕੀ ਹੋਇਆ? ਬਾਬਾ ਨੱਚ ਪਿਆ ਨਾਲ ਜਾਂ ਕੀ ਬਣਿਆ ਏ? ਉਹ ਕੱਲਾ ਚਿਹਰਾ ਹੀ ਬੋਲਦਾ, ਹੁਣ ਗਲਾ ਭਰ ਗਿਆ ਹੈ। ਤੋ ਆਨੰਦ ਬੜਾ ਵਰਤ ਰਿਹਾ ਪਿਆਰ ਦੀ ਕਥਾ ਦਾ, ਪਰ ਸਮਾਂ ਸੰਪੂਰਨ ਹੋ ਗਿਆ। ਘੜੀ ਬੜੀ ਕੀਮਤੀ, ਇਹ ਰੁਕਦੀ ਨਹੀਂ ਨਾ, ਇਹਨੇ ਰੁਕਣਾ ਵੀ ਨਹੀਂ। ਵੈਸੇ ਵੀ ਆਪਣੀ ਜ਼ਿੰਦਗੀ ਘਟ ਰਹੀ ਆ। ਇੱਕ ਦਿਨ ਐਸਾ ਹੋਣਾ ਜਿੱਦਣ ਆਪਾਂ ਇਸ ਦੁਨੀਆ ਤੋਂ ले जाना है। दुख रूप तिनके माही, अपने अंग स्पर्शत नाही। ਉਹਨੇ ਆਖਿਆ, ਕਹਿਣ ਲੱਗੇ ਉਹ ਕਿੱਥੇ ਕੁੜੀਆਂ ਨੱਚਣ ਵਾਲੀਆਂ? ਉਹ ਇਦਾਂ ਇਸ਼ਾਰਾ ਕਰਦਾ ਵੀ ਉਹ ਤੇ ਉੱਥੇ ਰਹਿ ਪਈਆਂ, ਮਹਾਰਾਜ ਦੇ ਕੋਲ ਹੀ ਬਹਿ ਗਈਆਂ ਜਿੱਦਾਂ ਆਪਾਂ ਬੈਠੇ। ਹਰ ਬੰਦਾ ਪਿਆਰ ਚਾਹੁੰਦਾ ਨਾ, ਨਾਲੇ ਸ੍ਰਿਸ਼ਟੀ ਦਾ ਮਾਲਕ ਹੈ ਨਾ, ਸਾਰਿਆਂ ਦਾ ਪਿਓ ਹੈ ਗੁਰੂ ਨਾਨਕ ਸਾਹਿਬ। ਤੇ ਕੱਲ ਦੇ ਦੀਵਾਨ ਵਿੱਚ ਅੱਗੇ ਚੱਲਾਂਗੇ। ਅੱਜ ਗੁਰੂ ਕੀ ਸੰਗਤ ਜੀ ਇੱਥੇ ਹੀ ਸਮਾਪਤੀ ਹੈ। ਅਤੀ ਸਤਿਕਾਰਯੋਗ ਸਰਦਾਰ ਕਮਲਪਾਲ ਸਿੰਘ ਜੀ, ਉਹਨਾਂ ਵੱਲੋਂ ਅੱਜ ਦੀ ਸੇਵਾ ਹੈ। ਕੜਾਹ ਪ੍ਰਸ਼ਾਦ ਦੀ ਅਰਦਾਸ ਕਰਿਓ। ਜਿਨ੍ਹਾਂ ਮਨੋਕਾਮਨਾ ਨੂੰ ਲੈ ਕੇ ਪਰਿਵਾਰ ਨੇ ਸੇਵਾ ਕੀਤੀ ਹੈ, ਸਤਿਗੁਰੂ ਕਿਰਪਾ ਕਰਨ। ਕੱਲ੍ਹ ਦੀ ਵਾਰੀ ਹੈ ਭਾਈ ਸਵਰਨ ਸਿੰਘ ਜੀ ਲੋਹੀਆਂ ਤੋਂ, ਉਹਨਾਂ ਦੀ ਹੈ। ਇਸੇ ਤਰ੍ਹਾਂ ਆਪ ਸੰਗਤਾਂ ਪ੍ਰੇਮ ਨਾਲ ਆਪਣੇ ਨਾਮ ਹੌਲੀ ਹੌਲੀ, ਕਿਉਂਕਿ ਭੀੜ ਕੀ ਪਾਉਣੀ ਆਪਾਂ, ਅਜੇ 10-15 ਨਾਮ ਹੈਗੇ। ਇਸੇ ਤਰ੍ਹਾਂ ਹੌਲੀ ਹੌਲੀ ਥੋੜ੍ਹੇ ਥੋੜ੍ਹੇ ਨਾਮ ਰੋਜ਼ ਦੇ 5-7 ਲਿਖਾ ਜਿਆ ਕਰੋ, ਕਿਤੇ ਸਾਡੀ ਵੀ ਗਰੀਬਾਂ ਦੀ ਮਹਾਰਾਜ ਕਿਰਪਾ ਕਰਕੇ ਰੱਖ ਲੈਣ। ਸਭਨਾ ਕਾ ਮਾਂ ਪਿਓ ਆਪ ਹੈ, ਸਭਨਾ ਕਾ ਮਾਂ ਪਿਓ ਆਪ ਹੈ, ਸਭਨਾ ਕਾ ਮਾਂ ਪਿਓ ਆਪ ਹੈ, ਸਭਨਾ ਕਾ ਮਾਂ ਪਿਓ ਆਪ ਹੈ। ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ,
ਜਨ